ਦੇਸ਼ ਦਾ ਸਭ ਤੋਂ ਵੱਧ ਕਣਕ ਤੁਸੀਂ ਪੈਦਾ ਕਰਦੇ ਹੋ। ਕਹਿੰਦੇ ਸਭ ਤੋਂ ਜ਼ਿਆਦਾ ਦੁੱਧ ਤੁਸੀਂ ਪੈਦਾ ਕਰਦੇ ਹੋ। ਤੇ ਬਿਸਕੁਟ ਕਿੱਥੇ ਬਣਦੇ ਤੁਹਾਡੇ? ਬ੍ਰੈਡ ਦੀਆਂ ਕਿੰਨੀਆਂ ਫੈਕਟਰੀਆਂ ਨੇ ਤੁਹਾਡੇ ਕੋਲ? ਕਹਿੰਦੇ ਇੱਥੋਂ ਪਹਿਲਾਂ ਮਿਲਕ ਪਾਊਡਰ ਬਣ ਕੇ ਉਹ ਥੱਲੇ ਦੱਖਣ 'ਚ ਜਾਂਦਾ। ਵੱਡੇ ਬ੍ਰਾਂਡ ਨੇ, ਉਹ ਲਿਆ ਕੇ ਮੁੜ ਕੇ ਤੁਹਾਨੂੰ ਤੁਹਾਡੇ ਕੋਲੋਂ ਕੁਇੰਟਲਾਂ 'ਚ ਲੈ ਕੇ ਮੁੜ ਕੇ ਤੁਹਾਨੂੰ ਗ੍ਰਾਮਾਂ 'ਚ ਚੀਜ਼ ਦਿੰਦੇ ਨੇ। ਜਦੋਂ ਬਾਦਲ ਸਾਹਿਬ ਨੂੰ ਮੌਕਾ ਮਿਲਿਆ ਕੇਂਦਰ ਦੇ ਵਿੱਚ ਐਗਰੀਕਲਚਰ ਮਿਨਿਸਟਰ ਬਣਨ ਦਾ, ਇਹਨਾਂ ਨੂੰ ਉੱਥੇ ਟਿਕ ਕੇ ਪੰਜਾਬ ਬਾਰੇ ਬਹੁਤ ਵੱਡੀ ਪਲੈਨਿੰਗ ਕਰਨੀ ਚਾਹੀਦੀ ਸੀ। 2-3 ਕਿਸਾਨਾਂ ਨਾਲ ਮੁਲਾਕਾਤ ਹੋਈ, ਉਹਨਾਂ ਨੇ ਟਰੈਕਟਰ ਟਰਾਲੀ ਦੇ ਉੱਤੇ ਪੂਰੀ ਟਰਾਲੀ ਲਸਣ ਨਾਲ ਲੱਦੀ ਹੋਈ 2 ਰੁਪਏ ਕਿਲੋ ਲਈ। ਚੰਡੀਗੜ੍ਹ, ਜਲੰਧਰ, ਲੁਧਿਆਣੇ ਉਹਨਾਂ ਦੇ ਨਾਲ ਦੇ ਸਾਥੀ 50 ਰੁਪਏ ਕਿਲੋ ਵੇਚ ਕੇ ਲੋਕਾਂ ਨੇ ਹੱਸ-ਹੱਸ ਕੇ ਖਰੀਦਿਆ। ਸਾਡੀਆਂ ਸਰਕਾਰਾਂ ਪੈਕੇਜ ਲੈ ਨਹੀਂ ਸਕੀਆਂ ਜਾਂ ਕੇਂਦਰ ਦਿੰਦਾ ਨਹੀਂ, ਦੋਨੋਂ ਗੱਲਾਂ। ਭਾਰਤ ਸਰਕਾਰ ਦਾ ਵੀ ਤਾਂ ਫਰਜ਼ ਹੈਗਾ ਨਾ, ਕਿਉਂਕਿ ਫਰੰਟ ਲਾਈਨ ਸਟੇਟ ਆ। ਇੱਥੋਂ ਦੇਸ਼ ਦੀ 40% ਤੋਂ ਵੱਧ ਕਣਕ ਜਾਂਦੀ ਹੈ। ਨਹੀਂ ਜਿੱਦਾਂ ਜਾਪਾਨ ਵਾਲੇ ਮਸ਼ਹੂਰ ਹੈ ਵੀ ਟਨਾਂ 'ਚ ਲੋਹਾ ਲੈਂਦੇ ਨੇ, ਮੁੜ ਕੇ ਗ੍ਰਾਮਾਂ 'ਚ ਵੇਚਦੇ ਨੇ ਤੁਹਾਨੂੰ। ਉਹ ਹਾਲ ਸਾਡਾ ਹੈ। ਜੇ ਬੀ ਤੁਹਾਨੂੰ ਮਿਲ ਗਿਆ ਤੇ ਉਹਦਾ ਵੀਡੀਸਾਈਡ ਖਰਪਤਮਾਰ ਮਾਰਨ ਵਾਲੀਆਂ ਨਹੀਂ ਮਿਲਣੀਆਂ, ਇਨਸੈਕਟੀਸਾਈਡ ਪ੍ਰੋਪਰ ਨਹੀਂ ਮਿਲਣਾ, ਉਹਦੀ ਕੋਈ ਨਾ ਕੋਈ ਗੜਬੜ ਨਿਕਲ ਹੀ ਆਣੀ। ਜੇ ਤਿੰਨੇ ਚੀਜ਼ਾਂ ਇੱਧਰੋਂ ਇਕੱਠੇ ਹੋ ਗਈਆਂ ਤੇ ਉਧਰੋਂ ਬਿਜਲੀ ਦੇ ਰਾਹੀਂ ਤੁਹਾਨੂੰ ਪਾਣੀ ਨਹੀਂ ਮਿਲਣਾ। ਜੇ ਪਾਣੀ ਮਿਲ ਗਿਆ ਤੁਹਾਨੂੰ ਤੇ ਉਹਦੇ ਅਗਲੇ ਪਾਸੇ ਮੌਸਮ ਐਸਾ ਕਿ ਉਧਰੋਂ ਬਰਸਾਤ ਹੋ ਜਾਣੀ, ਕੋਈ ਆਪਸ 'ਚ ਇਹਨਾਂ ਦਾ ਕੋਈ ਲਿੰਕੇਜ ਨਹੀਂ ਹੈਗੀ। ਜਦੋਂ ਸਾਨੂੰ ਪਤਾ ਹੈ ਕਿ ਅਸੀਂ ਕਿਸਾਨ ਤੋਂ ਬਿਨਾ ਆਪਣਾ ਜੀਵਨ ਬਸਰ ਨਹੀਂ ਕਰ ਸਕਦੇ, ਸਾਡਾ ਗੁਜ਼ਾਰਾ ਨਹੀਂ ਹੈ। ਇਹ ਉਹ ਕਿਸਾਨ ਹੈ ਜਿਹਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਤੇ ਪੈਲੀ ਵਾਹੀ ਆਪਣੀ। ਸੌਣ ਭਾਦੋਂ 'ਚ ਵੇਖ ਲਓ, ਬਰਸਾਤਾਂ 'ਚ ਐਕਸਟ੍ਰੀਮ, ਉੱਥੇ ਹੀ ਸੱਪ ਫਿਰਦਾ ਹੁੰਦਾ, ਉੱਥੇ ਹੀ ਕਿਸਾਨ ਫਿਰ ਰਿਹਾ ਹੁੰਦਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਮੈਂ ਨਵਜੋਤ ਸਿੰਘ ਢਾਲੀਵਾਲ। ਇਹ ਚਰਚਾ ਤੁਹਾਡੇ ਲਈ ਬਹੁਮੁੱਲੀ ਹੋ ਸਕਦੀ ਹੈ ਜੇਕਰ ਤੁਸੀਂ ਰੋਟੀ ਖਾਂਦੇ ਹੋ। ਜੇਕਰ ਤੁਸੀਂ ਰੋਟੀ ਪਾਣੀ ਖਾਂਦੇ ਹੋ ਤਾਂ ਚਰਚਾ ਤੁਹਾਡੇ ਲਈ ਇਸ ਕਰਕੇ ਜਾਣਕਾਰੀ ਭਰਪੂਰ ਹੋ ਸਕਦੀ ਹੈ, ਤੁਹਾਡੇ ਨਾਲ ਜੁੜੀ ਹੋ ਸਕਦੀ ਹੈ, ਕਿਉਂਕਿ ਰੋਟੀ ਦਾ ਮਸਲਾ ਢਿੱਡ ਨਾਲ ਜੁੜਿਆ ਹੋਇਆ ਤੇ ਢਿੱਡ ਹਰ ਵਿਅਕਤੀ ਦੇ ਲੱਗਿਆ। ਸੋ ਗੱਲ ਇਹ ਆ ਕਿ ਜਿਹੜਾ ਕਿਸਾਨ ਹੈ, ਜਿਹੜਾ ਕਾਸ਼ਤਕਾਰ ਹੈ, ਜਿਹੜਾ ਦਾਲਾਂ ਸਬਜ਼ੀਆਂ ਅੰਨ ਪੈਦਾ ਕਰਦਾ ਹੈ, ਸਾਡੀ ਰੋਜ਼ਮਰਾ ਦੀਆਂ ਜਿਹੜੀਆਂ ਮੁੱਖ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਨ ਲਈ, ਉਹਨਾਂ ਦੀ ਪੂਰਤੀ ਲਈ, ਪਰ ਉਹ ਦਿਨੋਂ ਦਿਨ ਇਸ ਗੱਲ ਲਈ ਮਜਬੂਰ ਹੋ ਰਿਹਾ ਹੈ ਕਿ ਜਿਹੜੀ ਚੀਜ਼ ਉਹ ਪੈਦਾ ਕਰਦਾ ਹੈ ਉਹਦੀ ਥੁੜ ਕਰਕੇ ਹੀ, ਰੋਟੀ ਪੈਦਾ ਕਰਦਾ ਰੋਟੀ ਦੀ ਥੁੜ ਕਰਦੇ ਹੀ ਉਹ ਇਸ ਜਹਾਨ ਤੋਂ ਰੁਖਸਤ ਹੋ ਜਾਂਦਾ ਹੈ। ਕਿਸੇ ਨੇ ਬਹੁਤ ਖੂਬ ਲਿਖਿਆ ਸੀ ਕਿ ਰੋਟੀ ਕਦੇ ਕਦਾਰ ਬੰਦਾ ਖਾ ਜਾਂਦੀ ਹੈ। ਸੋ ਗੱਲ ਇਹ ਹੈ ਕਿ ਇਹ ਕਿਸਾਨ ਹਾਸ਼ੀਏ ਤੇ ਕਿਵੇਂ ਪਹੁੰਚਿਆ। ਜਿਹੜੀ MSP ਦੀ ਗੱਲ ਆਉਂਦੀ ਹੈ, ਮਿਨੀਮਮ ਸਪੋਰਟ ਪ੍ਰਾਈਸ ਦੀ, ਇਹ ਗੱਲ ਤਾਂ ਹੁੰਦੀ ਹੈ ਪਰ ਇਹਦੀ ਹਕੀਕਤ ਕਿੱਥੇ ਖੜੀ ਹੈ। ਦੂਸਰੀ ਗੱਲ ਇਹ ਕਿ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ਼ਾਂ ਲਾਗੂ ਕਰਨ ਦੀ ਗੱਲਾਂ ਹੁੰਦੀਆਂ ਨੇ ਕਿ ਗਰਾਊਂਡ ਲੈਵਲ ਤੇ ਵਾਕਿਆ ਹੀ ਉਹ ਲਾਗੂ ਹੋਈਆਂ ਨੇ ਜਾਂ ਨਹੀਂ ਹੋਈਆਂ। ਤੀਸਰੀ ਗੱਲ ਇਹ ਆ ਕਿ ਜੇ 24 ਫਸਲਾਂ ਤੇ MSP ਨਿਰਧਾਰਿਤ ਕਰੀ ਹੈ ਕਿ ਕਿਸਾਨ ਜਿਹੜੀਆਂ ਉਹ ਫਸਲਾਂ ਪੈਦਾ ਕਰਦਾ ਹੈ ਤੇ ਉਹਦੇ ਉੱਤੇ ਉਹਨੂੰ MSP ਮਿਲਦੀ ਹੈ। ਫਸਲੀ ਵਿਭਿੰਨਤਾ ਦੇ ਨਾਮ ਦੇ ਉੱਤੇ, ਕ੍ਰੌਪ ਡਾਈਵਰਸੀਫਿਕੇਸ਼ਨ ਦੇ ਨਾਮ ਦੇ ਉੱਤੇ ਤਾਂ ਬਹੁਤ ਕੁਝ ਬੜੇ ਲੰਮੇ ਚਿੱਠੇ ਪੜ੍ਹ ਕੇ ਸੁਣਾਏ ਜਾਂਦੇ ਆ, ਪਰ ਇਹ ਨਹੀਂ ਪੋਸੀਬਲ ਹੁੰਦੀ ਕਿਉਂਕਿ ਹਾਲਾਤ ਗਰਾਊਂਡ ਤੇ ਕੁਝ ਹੋਰ ਨੇ। ਚੀਜ਼ ਦਾ ਰੇਟ 3000 ਰੁਪਏ ਤੈਅ ਕਰ ਦਿੱਤਾ ਜਾਂਦਾ, ਪਰ ਪ੍ਰਾਈਵੇਟ ਪਲੇਅਰ ਉਸ ਨੂੰ ਮੰਡੀ ਦੇ ਵਿੱਚ 1500 ਰੁਪਏ ਤੇ ਚੱਕਣ ਦੇ ਲਈ ਕਿਸਾਨ ਨੂੰ ਮਜਬੂਰ ਕਰ ਦਿੰਦੇ ਆ। ਕਿਵੇਂ ਇਹ ਮਜਬੂਰੀਆਂ ਪੈਦਾ ਹੁੰਦੀਆਂ ਨੇ, ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਐਕਸ ਵਾਈਸ ਚੇਅਰਮੈਨ ਨਹਿਰੂ ਯੁਵਾ ਕੇਂਦਰ ਅਮਰਦੀਪ ਸਿੰਘ ਚੀਮਾ ਹੋਰਾਂ ਦੇ ਨਾਲ। ਚੀਮਾ ਸਾਹਿਬ ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਚੀਮਾ ਸਾਹਿਬ, ਦਰਅਸਲ ਗੱਲ ਇਹ ਆ ਕਿ ਜਦੋਂ ਵੀ ਗੱਲ ਹੁੰਦੀ ਹੈ ਕਿਸਾਨ ਦੇ ਬਾਬਤ ਤਾਂ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ MSP ਤੋਂ ਵੀ ਵੱਧ ਕੇ ਦੇ ਰਹੇ ਹਾਂ। 2014 ਦੇ ਵਿੱਚ ਭਾਰਤ ਸਰਕਾਰ ਜਿਹੜੀ ਮੌਜੂਦਾ BJP ਪਾਰਟੀ ਦੀ, ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਕਿਸਾਨ ਦੀ ਆਮਦਨੀ ਅਸੀਂ ਦੁੱਗਣੀ ਕਰ ਦਾਂਗੇ। ਕੀ ਕਿਸਾਨ ਦੀ ਆਮਦਨੀ ਦੁੱਗਣੀ ਹੋਗੀ? ਕੀ 24 ਫਸਲਾਂ ਦੇ ਉੱਤੇ ਵਾਕਿਆ ਹੀ MSP ਮਿਲਦੀ ਹੈ? ਤੁਸੀਂ ਬੜੇ ਗੰਭੀਰ ਮੁੱਦੇ ਨੂੰ ਛੋਇਆ ਹੈ। ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਕਿ MSP ਦਾ ਮੁੱਦਾ ਜਿਹੜਾ ਗ੍ਰੋਸਲੀ ਮਿਸਕਨਸੀਵਡ ਇੱਕ ਕਨਸੈਪਟ ਬਣ ਗਿਆ, ਜਿਹਨੇ ਨੀਤੀ ਘਾੜੇ ਨੇ ਜਾਂ ਸੂਝਵਾਨ ਲੋਕ ਨੇ ਜਾਂ ਜੋ ਮੀਡੀਆ ਦੇ ਪ੍ਰਚਾਰ ਦੇ ਥਰੂ ਇਸ ਚੀਜ਼ ਨੂੰ ਦੇਖ ਰਹੇ ਨੇ। MSP ਸੀਗਾ ਮਿਨੀਮਮ ਸਪੋਰਟ ਪ੍ਰਾਈਸ, ਵੀ ਘੱਟੋ ਘੱਟ ਇੰਨਾ ਪੈਸਾ ਤੇ ਅਸੀਂ ਦੇਵਾਂਗੇ। ਇਹ ਜਦੋਂ 60ਵੇਂ ਦਹਾਕਿਆਂ ਵਿੱਚ ਦੇਸ਼ ਵਿੱਚ ਭੁੱਖਮਰੀ ਦਾ ਸ਼ਿਕਾਰ ਹੋ ਗਏ ਸੀ, ਅਕਾਲ ਪੈ ਗਏ ਸੀ, ਉਦੋਂ ਦੁਨੀਆ ਦੇ ਬਾਕੀ ਦੇਸ਼ਾਂ ਤੋਂ ਅਸੀਂ ਨਵੇਂ ਫਸਲਾਂ ਦੇ ਬੀਜ ਲਏ,
ਕਣਕ ਝੋਨੇ ਦੀ ਗੱਲ ਹੋਈ, ਝੋਨਾ ਤੇ ਬਾਅਦ 'ਚ ਆਇਆ, ਕਣਕ ਉਸ ਤੋਂ ਪਹਿਲਾਂ ਗੱਲ ਹੋਈ। ਪਹਿਲਾ ਗ੍ਰੀਨ ਰੈਵੋਲੂਸ਼ਨ ਬਣਿਆ ਜਦੋਂ, ਉਦੋਂ ਨਾਰਦਰਨ ਇੰਡੀਆ ਨੇ ਸਭ ਤੋਂ ਵੱਧ ਯੋਗਦਾਨ ਪਾਇਆ। ਹੁਣ ਉਸ ਵੇਲੇ ਜਿੰਨਾ ਕੁ ਕਿਤੇ ਕੋਈ ਪੈਦਾ ਹੁੰਦਾ ਸੀ ਅੰਨ, ਉਹ ਸਰਕਾਰ ਖਰੀਦਣਾ ਚਾਹੁੰਦੀ ਸੀ, ਅਤੇ ਕਿਸਾਨਾਂ ਨੂੰ ਇਨਸੈਂਟਿਵ ਦੇਣ ਲਈ ਉਹ MSP ਬਣਾਇਆ ਗਿਆ ਸੀਗਾ ਕਿ ਆਹ ਤੁਹਾਡੀ ਲਾਗਤ ਆ, ਇਹ ਲਾਗਤ ਦੇ ਉੱਤੇ ਤੁਹਾਡਾ ਇੰਨਾ ਅਸੀਂ ਪ੍ਰੋਫਿਟ ਕੈਲਕੂਲੇਟ ਕਰਦੇ ਹਾਂ ਅਤੇ ਤੁਹਾਨੂੰ ਇੰਨਾ ਦਿੱਤਾ ਜਾਵੇਗਾ। ਇਹਦੇ ਲਈ ਜੋ ਸਿਸਟਮ ਬਣਾਇਆ ਗਿਆ ਸੀਗਾ, CACP ਇੱਕ ਬਣਾਇਆ ਗਿਆ, ਕਮਿਸ਼ਨ ਫਾਰ ਐਗਰੀਕਲਚਰ ਕਾਸਟਸ ਐਂਡ ਪ੍ਰਾਈਸਿਸ। ਉਹ ਇੱਕ ਰਿਕਮੈਂਡੇਟਰੀ ਬਾਡੀ ਸੀ, ਬੜੇ ਚੋਣਵੇਂ ਚੁਣਿੰਦਾ ਆਲਾ ਮਿਆਰ ਦੇ ਲੋਕ ਉਹਦੇ ਵਿੱਚ ਲਏ ਜਾਂਦੇ ਸੀ। ਉਹ ਸਾਰੇ ਇੰਡੀਆ ਦੇ ਵਿੱਚੋਂ ਕਿਸਾਨ ਯੂਨੀਅਨਾਂ ਨਾਲ, ਜਥੇਬੰਦੀਆਂ ਨਾਲ, ਇੰਡੀਵਿਜੂਅਲ ਕਿਸਾਨਾਂ ਨਾਲ, ਸਟੇਟ ਦੀਆਂ ਸਰਕਾਰਾਂ ਦੇ ਨਾਲ ਲਿਆ ਕੇ ਅਤੇ ਉਹ ਇੱਕ ਫੈਸਲਾ ਕਰਦੀਆਂ ਸਨ ਕਿ ਇੰਨਾ ਕੁ ਜ਼ਰੂਰੀ ਹੈ, ਇਸ ਤੋਂ ਥੱਲੇ ਜੇ ਰੇਟ ਹੋਏਗਾ ਤਾਂ ਕੋਈ ਫਾਇਦਾ ਨਹੀਂ ਕਿਸਾਨ ਨੂੰ। ਉਹ ਫਿਰ ਜਾਂਦਾ ਹੈ ਯੂਨੀਅਨ ਕੈਬਨਿਟ ਕੋਲ, ਉਹਨੂੰ ਰਿਕਮੈਂਡੇਟਰੀ ਅਥਾਰਟੀ ਮੰਨਦੇ ਨੇ, ਜਿਹੜਾ CACP ਹੈ। ਹੁਣ ਜਿਹੜਾ 28 ਚੀਜ਼ਾਂ ਦੀ ਗੱਲ ਹੋ ਰਹੀ ਹੈ ਵੀ ਇਹਨਾਂ ਦੇ ਉੱਤੇ MSP ਦਿੱਤਾ ਜਾਂਦਾ। MSP ਤਾਂ ਦਿੱਤਾ ਜਾਂਦਾ ਹੈ ਕਿ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਲਈ ਉਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਅਤੇ ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰ ਇਹਦੇ 'ਤੇ ਫਾਈਨਲ ਕਰਦੀ ਹੈ, ਜਿਹਦੇ ਵਿੱਚ ਬਹੁਤਾਤ ਦੇ ਤੌਰ ਦੇ ਉੱਤੇ ਉਹ ਪ੍ਰਦੇਸ਼ਾਂ ਦੇ ਨੁਮਾਇੰਦੇ ਯੂਨੀਅਨ ਕੈਬਨਿਟ ਰਾਹੀਂ ਆ ਜਾਂਦੇ ਨੇ, ਜਿਨ੍ਹਾਂ ਨੇ ਕੰਜ਼ਿਊਮਰ ਦੇ ਤੌਰ ਦੇ ਉੱਤੇ ਅੱਗੇ ਆਉਣਾ ਹੁੰਦਾ। ਕੰਜ਼ਿਊਮਿੰਗ ਸਟੇਟਸ ਦੀ ਨੁਮਾਇੰਦਗੀ ਹੁੰਦੀ ਹੈ, ਔਰ ਹਮੇਸ਼ਾ ਜਦੋਂ ਰਿਕਮੈਂਡੇਟਰੀ ਅਥਾਰਟੀ ਤੋਂ ਬਾਅਦ ਜਾ ਕੇ ਭਾਰਤ ਸਰਕਾਰ ਨੇ ਫੈਸਲਾ ਕਰਨਾ ਹੁੰਦਾ, ਉਹਦੇ ਵਿੱਚ ਫਿਰ ਬਹੁਤ ਜ਼ਿਆਦਾ ਮੁਸ਼ਕਲ ਪੈਦਾ ਹੋ ਜਾਂਦੀ ਹੈ। ਘਟਾ ਵੀ ਦਿੰਦੇ ਨੇ, ਵਧਾ ਵੀ ਦਿੰਦੇ ਨੇ, ਉਹ ਇੱਕ ਪੋਲੀਟੀਕਲ ਡਿਸੀਜਨ ਹੁੰਦਾ। ਹੁਣ ਪ੍ਰਧਾਨ ਮੰਤਰੀ ਜੀ ਨੇ ਜੋ ਮੌਜੂਦਾ, ਉਹਨਾਂ 2013-14 ਦੇ ਵਿੱਚ ਬਹੁਤ ਜ਼ਿਆਦਾ ਸਾਰੇ ਦੇਸ਼ 'ਚ ਪ੍ਰਚਾਰ ਕੀਤਾ ਕਿ ਮੈਂ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਾਂਗਾ, ਕਿਉਂਕਿ 62% ਇਸ ਦੇਸ਼ ਦੇ ਵਿੱਚ ਕਿਸਾਨ ਹੈਗੇ ਨੇ ਜਿਹੜੇ ਉਸ ਵੇਲੇ 76-78 ਕਰੋੜ ਦੇ ਕੋਲ ਆਉਂਦੇ ਸਨ। ਉਹ ਉਹਨਾਂ ਦਾ ਪੋਲੀਟੀਕਲ ਕੌਨਸਟੀਚੁਐਂਸੀ ਸੀ। ਉਹਨਾਂ ਨੇ ਉਸ ਚੀਜ਼ ਨੂੰ ਮੂਹਰੇ ਰੱਖ ਕੇ ਤੇ ਇਹ ਗੱਲ ਕਰ ਦਿੱਤੀ, ਲੇਡੀਜ਼ ਲਈ ਵੱਖਰੀ ਕਰਤੀ, ਨੌਜਵਾਨਾਂ ਲਈ 2 ਕਰੋੜ ਜਿਹੜਾ ਰੋਜ਼ਗਾਰ ਸੀ ਪਰ ਸਾਲ ਦੇਣ ਦੀ ਗੱਲ ਕਰ ਦਿੱਤੀ। ਲੇਕਿਨ ਕਿਸਾਨੀ ਭਾਈਚਾਰਾ ਜਿਸ ਤਰ੍ਹਾਂ ਨੇ ਉਹਨੇ ਸੋਚਿਆ ਵੀ ਇੱਕ ਨਵੀਂ ਆਸ ਦੀ ਕਿਰਨ ਜਾਗੀ ਹੈ। ਸਰਕਾਰਾਂ ਦੇ ਪਹਿਲਾਂ ਵੀ ਬਹੁਤਾ ਕੰਮ ਕਰਦੀਆਂ ਰਹੀਆਂ ਨੇ, ਇੰਨਾ ਕੰਮ ਹੋਇਆ ਅਖੀਰ ਜਦੋਂ ਨੈਟ ਇੰਪੋਰਟਿੰਗ ਕੰਟਰੀ ਤੋਂ ਬਾਅਦ ਅਸੀਂ ਅੱਜ ਸਰਪਲਸ ਤੋਂ ਬਾਅਦ ਐਕਸਪੋਰਟਿੰਗ ਕੰਟਰੀ ਬਣੇ ਆ ਫੂਡ ਗ੍ਰੇਨ ਦੇ ਪਿਛਲੇ 65-60 ਸਾਲਾਂ ਦੇ ਵਿੱਚ। ਉਹਦੇ ਕਰਕੇ ਲੋਕਾਂ ਨੇ ਸੋਚਿਆ ਵੀ ਇੱਕ ਹੋਰ ਹੁਲਾਰਾ ਵੱਜ ਰਿਹਾ, ਚਲੋ ਦੇਖ ਲਿਆ ਜਾਵੇ। ਹੁਣ 2016 ਵਿੱਚ ਪ੍ਰਧਾਨ ਮੰਤਰੀ ਜੀ ਨੇ ਅਨਾਊਂਸ ਕੀਤਾ ਕਿ ਮੈਂ ਕਿਸਾਨੀ ਲਈ ਦੋਹਰੀ ਜਿਹੜੀ ਆਮਦਨੀ ਪੈਦਾ ਕਰ ਰਿਹਾ ਜਿੰਨੀ ਉਹਦੀ ਲਾਗਤ ਹੋਏਗੀ, ਅਤੇ 2022 ਤੱਕ ਕਿਸਾਨੀ ਜਿਹੜੀ ਹੈ ਡਬਲ ਹੋ ਜਾਏਗੀ। ਗੱਲਾਂ ਤਾਂ ਉਸੇ ਦਿਨ ਤੋਂ ਹੀ ਸ਼ਾਮੀ ਸ਼ੁਰੂ ਹੋ ਗਈਆਂ ਕਿ ਇਹਦੇ ਲਈ ਤੁਹਾਨੂੰ ਕਿੰਨਾ GDP ਦੀ ਗਰੋਥ ਚਾਹੀਦੀ ਹੈ, ਐਗਰੀਕਲਚਰ ਦੀ ਕਿੰਨੀ ਗਰੋਥ ਚਾਹੀਦੀ ਹੈ। ਜਿਹੜੇ ਸਿਆਣੇ ਸਿਆਸਤਦਾਨ ਸਨ ਅਤੇ ਜਿਹੜੇ ਨੀਤੀ ਘਾੜੇ ਅਤੇ ਵਿਗਿਆਨੀ ਸਨ ਅਤੇ ਜਿਹੜੇ ਖੇਤੀ ਇਕੋਨਮਿਸਟ ਸਨ, ਉਹ ਕਹਿੰਦੇ ਵੀ ਇਸ ਹਿਸਾਬ ਦੇ ਨਾਲ ਅੱਜ ਦੇ ਦਿਨ ਦੇ ਮੁਤਾਬਕ ਸਾਨੂੰ ਲਗਭਗ 2.5 ਗੁਣਾ ਸਾਡੀ GDP ਦੀ ਗਰੋਥ ਚਾਹੀਦੀ ਹੈ, 6% ਤੋਂ 14-14.5%, ਜਿਹੜੀ ਕਿ ਨਾਮੁਮਕਿਨ ਹੈ, ਔਰ ਅੱਜ ਤੱਕ ਨਹੀਂ ਹੋ ਪਾਈ। ਅਸੀਂ ਉਸ ਤੋਂ ਥੱਲੇ ਗਏ ਹਾਂ। ਹੁਣ ਉਸ ਗੱਲ ਦੇ ਨਾਲ ਗੱਲ ਅੱਗੇ ਵੱਧਦੀ ਗਈ ਕਿ MSP ਦੇ ਰਹੇ ਹਾਂ। ਇਹਦੇ ਜਿਹੜੇ ਲੁਕਵੇਂ ਸੱਚ ਸੀ ਉਹ ਲੋਕਾਂ ਦੇ ਸਾਹਮਣੇ ਨਹੀਂ ਆ ਰਹੇ ਕਿ ਅਸੀਂ ਤਾਂ MSP 'ਤੇ ਜ਼ੋਰ ਦੇ ਰਹੇ ਹਾਂ, ਬਟ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਕਿੰਨੇ ਦੇਖਣੀ ਸੀਗੀ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮੈਕਸੀਮਮ ਜਿਹੜੀਆਂ ਮੰਡੀਆਂ ਬਣੀਆਂ ਨੇ ਅਤੇ ਕਿਸਾਨੀ ਭਾਈਚਾਰੇ ਨੇ ਅਤੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਮੰਡੀਆਂ ਦਾ ਵਿਕਾਸ ਹੋਇਆ। ਵਿੱਚ ਕੁਝ ਸਮਾਂ ਆਇਆ ਜਦੋਂ ਗਵਰਨਰੀ ਰਾਜ ਸੀ, ਉਦੋਂ ਸਾਡੇ ਫਾਈਨੈਂਸ਼ੀਅਲ ਕਮਿਸ਼ਨਰ ਡਿਵੈਲਪਮੈਂਟ ਸੀਗੇ ਡਾਕਟਰ ਮਨੋਹਰ ਸਿੰਘ ਗਿੱਲ, ਜਿਹੜੇ ਬਾਅਦ 'ਚ ਚੀਫ ਇਲੈਕਸ਼ਨ ਕਮਿਸ਼ਨਰ ਬਣੇ। ਉਹਨਾਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਲਿਆਂਦੀਆਂ, ਆਪਣੀ ਮੰਡੀ ਸ਼ੁਰੂ ਕੀਤੀ, ਸੜਕਾਂ ਦਾ ਜਾਲ ਵਿਛਾਇਆ। ਉਹ ਜਾਲ ਇਸ ਲਈ ਵਿਛਾਇਆ ਗਿਆ ਕਿ ਮੰਡੀ ਦੇ ਵਿੱਚ ਕਿਸਾਨ ਆਪਣੀ ਫਸਲ ਲਿਆ ਸਕੇ ਅਤੇ ਲੋਕਲ ਜਿਹੜੇ ਪਿੰਡਾਂ ਦੇ ਵਿੱਚ ਫੇਰੀ ਵਾਲੇ ਹੁੰਦੇ ਸੀਗੇ ਉਹਨਾਂ 'ਤੇ ਨਾ ਡਿਪੈਂਡੈਂਸੀ ਸਾਡੀ ਆਵੇ। ਉਹ ਸੜਕਾਂ ਦੇ ਜਾਲ ਵਿਛਣ ਨਾਲ ਅੱਜ ਜਦੋਂ ਅਸੀਂ ਪ੍ਰੋਕਿਓਰ ਕਰਦੇ ਹਾਂ ਪੰਜਾਬ ਦੇ ਵਿੱਚ ਕਣਕ ਅਤੇ ਝੋਨਾ, ਉਹ ਲਗਭਗ 1850 ਤੋਂ ਵੱਧ ਦੀਆਂ ਮੰਡੀਆਂ ਹੁੰਦੀਆਂ ਨੇ, 150 ਦੇ ਕੋਲ ਸਾਡੀਆਂ ਮਾਰਕੀਟ ਕਮੇਟੀਆਂ ਨੇ। ਇਹ ਮੈਂ ਤਾਂ ਤੁਹਾਨੂੰ ਪੂਰਾ ਵਰਤਾਂਤ ਦੱਸ ਰਿਹਾ ਕਿ ਕਿਸ ਤਰ੍ਹਾਂ ਸਿਸਟਮ ਸ਼ੁਰੂ ਹੋਇਆ। ਹਰ 60 ਕਿਲੋਮੀਟਰ ਦੇ ਵਿੱਚ ਤੁਹਾਨੂੰ ਸਕੁਅਰ ਕਿਲੋਮੀਟਰ ਦੇ ਵਿੱਚ, ਮਤਲਬ ਵੀ 8 ਇੱਕ ਪਾਸੇ ਅਤੇ 6 ਤੋਂ 7 ਕਿਲੋਮੀਟਰ ਇੱਕ ਪਾਸੇ ਆ ਜਾਣ ਅਤੇ ਇੱਕ ਮਾਰਕੀਟ ਕਮੇਟੀ ਮਿਲ ਜਾਂਦੀ ਜਿੱਥੇ ਤੁਸੀਂ ਆਪਣੀ ਫਸਲ ਲੈ ਕੇ ਜਾਓ। ਮੁਸ਼ਕਿਲ ਹੁਣ ਸ਼ੁਰੂ ਹੁੰਦੀ ਹੈ ਜਦੋਂ ਪੰਜਾਬ ਤੋਂ ਅਗਲੇ ਪਾਰ ਤੁਸੀਂ ਨਿਕਲਦੇ ਹੋ। ਹਰਿਆਣੇ ਤੋਂ ਇਹ ਮੁਸ਼ਕਿਲ ਸ਼ੁਰੂ ਹੋ ਜਾਂਦੀ ਹੈ, ਵੈਸਟਰਨ UP ਦੀ, ਰਾਜਸਥਾਨ ਦੀ ਅਤੇ ਅਪ ਟਿਲ ਬਿਹਾਰ।
ਜਿਹੜੀਆਂ ਮਾਰਕੀਟ ਕਮੇਟੀਆਂ ਬਣਾਈਆਂ ਗਈਆਂ ਇਸ ਚੀਜ਼ ਨੂੰ ਅੱਗੇ ਵਧਾਉਣ ਲਈ ਕਿ ਮੰਡੀਕਾਰੀ ਸੌਖੀ ਹੋਵੇ, ਪਬਲਿਕ ਡਿਸਟ੍ਰੀਬਿਊਸ਼ਨ ਲਈ ਖਰੀਦ ਸੌਖੀ ਹੋਵੇ, ਐਡਮਿਨਿਸਟਰਡ ਪ੍ਰਾਈਸਿਸ ਮਾਰਕੀਟ ਕਮੇਟੀ ਦੀਆਂ ਜਿਹੜੀਆਂ ਸੀਗੀਆਂ ਕਨਸੈਪਟ ਬਣਾਇਆ ਗਿਆ। ਉਹ ਜਦੋਂ MSP ਇਨਸ਼ੋਰ ਕਰਨੀ ਹੈ ਤੁਹਾਡੀ ਪ੍ਰੋਕਿਉਰਮੈਂਟ ਏਜੰਸੀ ਨੇ, ਜੇ ਉਹਦਾ ਨੁਮਾਇੰਦਾ ਹੀ ਉੱਥੇ ਨਹੀਂ ਹੈ, ਨਹੀਂ ਜਿਹਨੇ ਉਹਨੇ ਬੋਲੀ ਨਹੀਂ ਲਾਈ, ਤੇ ਵਪਾਰੀ ਆਪਣੇ ਮਰਜ਼ੀ ਦੇ ਨਾਲ ਲਾਏਗਾ, ਤੇ ਵਪਾਰੀ ਤੇ ਵਪਾਰ ਕਰਨਾ ਆ, ਉਹਨੂੰ ਕਿਸਾਨ ਨਾਲ ਕੋਈ ਮਤਲਬ ਨਹੀਂ, ਉਹਨੇ ਘੱਟ ਭਾਅ ਤੇ ਖਰੀਦ ਕੇ ਮਹਿੰਗੇ ਭਾਅ ਤੇ ਉਹਨੇ ਵੇਚਣੀ ਹੈ, ਇਹ ਹੀ ਉਹਦਾ ਮੁਨਾਫਾ ਹੈ। ਹਾਰ ਕੇ ਹਾਲਾਤ ਇਹ ਪੈਦਾ ਹੋ ਗਏ ਕਿ ਜਿਹੜਾ ਹੁਣ ਪਰਸੋਂ ਰੋਜ਼ ਤੋਂ ਡਾਟਾ ਆਇਆ ਪਬਲਿਕ ਡੋਮੇਨ ਦੇ ਵਿੱਚ, ਤੀਸਰੇ ਐਡਵਾਂਸ ਐਸਟੀਮੇਟ ਭਾਰਤ ਸਰਕਾਰ ਨੇ ਫੂਡ ਗ੍ਰੇਨ ਦੇ ਜਾਰੀ ਕੀਤੇ ਨੇ, ਦੂਸਰੇ ਐਸਟੀਮੇਟ ਫਰਵਰੀ ਦੇ ਮਹੀਨੇ 'ਚ ਜਾਰੀ ਕੀਤੇ ਸੀਗੇ। ਉਹ ਜਿਹੜੇ ਅਨੁਮਾਨ ਲਗਾਏ ਉਹਨਾਂ ਨੇ, ਜੋ MSP ਪਰਸੋਂ ਰੋਜ਼ ਨੂੰ ਅਨਾਊਂਸ ਕੀਤੀ ਭਾਰਤ ਸਰਕਾਰ ਨੇ, ਆਪਸ 'ਚ ਇੰਟੀਗ੍ਰੇਟਡ ਨੇ। ਤੁਸੀਂ MSP ਅਨਾਊਂਸ ਕਰ ਦਿੱਤੀ, ਇਹਦਾ ਮਤਲਬ ਇਸ ਭਾਅ ਤੇ ਜਿਹੜੀ ਕਣਕ ਝੋਨਾ ਖਰੀਦਿਆ ਜਾਣਾ ਤੇ 26 ਹੋਰ ਫਸਲਾਂ ਖਰੀਦੀਆਂ ਜਾਣੀਆਂ ਸ਼ੁਰੂ ਹੋ ਗਈਆਂ। ਬਿਲਕੁਲ ਗਲਤ ਹੈ ਔਰ ਇਹ ਬੜਾ ਵੱਡਾ ਮਿਸਕਨਸੈਪਸ਼ਨ ਹੈ। ਪੰਜਾਬ 'ਚ ਮੈਜੋਰਿਟੀ 'ਚ ਖਰੀਦੀ ਗਈ। ਜੇ ਹੁਣ ਸਾਰੇ ਭਾਰਤ ਦਾ ਤੁਸੀਂ ਇੱਕ ਅੰਦਾਜ਼ਾ ਲਾਓਗੇ ਤੇ ਬੜੇ ਅੱਖਾਂ ਪਾੜਨ ਵਾਲੇ ਅੰਕੜੇ ਨੇ। ਸਾਰੇ ਦੇਸ਼ 'ਚ ਸਿਰਫ 50% ਦੇ ਕੋਲ ਝੋਨਾ ਖਰੀਦਿਆ ਗਿਆ MSP ਤੇ। ਤੋ ਇੰਨੇ ਮਤਲਬ ਖਤਰਨਾਕ ਨੇ ਵੀ ਜੇ 1302 ਲੱਖ ਟਨ ਦੇ ਕੋਲ ਸਾਰੇ ਕੰਟਰੀ ਦੀ ਜੋ ਪ੍ਰੀਲਿਮਿਨਰੀ ਡਾਟਾ ਪਬਲਿਕ ਡੋਮੇਨ 'ਚ ਆਇਆ, ਇੰਨਾ ਝੋਨਾ ਪੈਦਾ ਹੋਇਆ, ਉਹਦੇ ਵਿੱਚੋਂ ਸਿਰਫ 50% ਖਰੀਦਿਆ ਗਿਆ। ਇਹਦਾ ਮਤਲਬ ਬਾਕੀ ਦੇ ਦਾ ਕੋਈ ਮੁੱਲ ਨਹੀਂ ਲੱਗਿਆ। ਅੱਗੇ ਜੇ ਵੱਧਦੇ ਆ ਤੇ ਕਣਕ ਦੇ ਉੱਤੇ ਆ ਜਾਂਦੇ ਆ ਤੇ ਸਿਰਫ 187 ਲੱਖ ਟਨ ਜਿਹੜੀ ਹੈ ਸਰਕਾਰ ਨੇ ਪਬਲਿਕ ਡਿਸਟ੍ਰੀਬਿਊਸ਼ਨ ਲਈ ਖਰੀਦੀ ਕਣਕ, ਉਹ 17% ਬਣਦੀ ਹੈ। ਤਿਲ, ਦਾਲਾਂ, ਮੂੰਗੀ, ਇਹ ਫਰੈਕਸ਼ਨ ਆਫ ਏ ਪਰਸੈਂਟ 'ਚ ਚਲੇ ਗਈਆਂ, 0.5% ਵੀ ਨਹੀਂ ਗਈਆਂ। ਹੁਣ ਪਹਿਲਾਂ ਕਿਸਾਨੀ ਨੇ ਪੈਦਾ ਕੀਤੀ ਸਰੋਂ, 4800 ਰੁਪਏ 4700 ਰੁਪਏ ਦੇ ਕੋਲ ਸਰੋਂ ਵਿਕਦੀ ਰਹੀ, ਕਿੱਥੇ MSP। ਉਸ ਤੋਂ ਬਾਅਦ ਆ ਗਈ ਮੂੰਗੀ ਦੀ ਦਾਲ। ਮੂੰਗੀ ਦੀ ਦਾਲ ਕੋਈ ਕਿਸਾਨ ਹੱਥ ਖੜਾ ਕਰਕੇ, ਕੋਈ ਕਾਰੋਬਾਰੀ ਖੜਾ ਕਰਕੇ ਹੱਥ ਕਹਿ ਦੇਵੇ ਕਿ ਮੈਂ 5000 5400 5300 ਤੋਂ ਉੱਪਰ ਵੇਚੀ ਹੈ। ਚੀਮਾ ਸਾਹਿਬ, ਗੱਲ ਇਹ ਆ ਕਿ ਜਿੰਨੇ ਖੇਤੀ ਮਾਹਰ ਨੇ, ਆਰਥਿਕ ਮਾਹਰ ਆ, ਉਹ ਕਹਿੰਦੇ ਆ ਵੀ ਖੇਤੀ ਦਾ, ਕਾਸ਼ਤਕਾਰ ਦਾ ਜੀਵਨ ਨਿਰਵਾਹ ਉਦੋਂ ਹੀ ਸੰਭਵ ਪੋਸੀਬਲ ਹੈ ਜਦੋਂ ਤੱਕ ਉਹਨੂੰ ਮਿਨੀਮਮ ਸਪੋਰਟ ਪ੍ਰਾਈਸ ਦੀ ਗਰੰਟੀ ਨਹੀਂ ਹੁੰਦੀ। ਹੁਣ ਗੱਲ ਇਹ ਹੈ ਕਿ ਗਰੰਟੀ ਵੀ ਹੋ ਜਾਂਦੀ ਹੈ, ਪਰ ਉਹ ਗਰੰਟੀ ਦਾ ਵੀ ਕੋਈ ਪੱਕਾ ਨਹੀਂ ਰਹਿੰਦਾ, ਜਿਵੇਂ ਤੁਸੀਂ ਸਾਰੀ ਗੱਲ ਦੱਸ ਦਿੱਤੀ ਹੈ। ਸੋ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨੀ ਦੇ ਉੱਤੇ ਕਿਹੋ ਜਿਹੀ ਵਿਪਤਾ ਪੈਣ ਵਾਲੀ ਹੈ, ਜਿੱਤੋਂ ਪਹਿਲਾਂ ਹੀ ਸੁਚੇਤ ਹੋ ਜਾਣ ਕਿ ਇਹ ਜਿੰਨੀ MSP ਹੁਣ ਚੱਲੀ ਆ ਰਹੀ ਹੈ, ਇਹ ਕੰਟੀਨਿਊ ਰਹੂਗੀ, ਇਹ ਕੰਸਿਸਟੈਂਸੀ ਬਣੀ ਰਹੂਗੀ ਕਿ ਜੇ ਇਹ ਵੀ ਖਤਮ ਹੋਣ ਦੇ ਕਗਾਰ ਤੇ ਆ? MSP ਤਾਂ ਬਣੀ ਰਹੇਗੀ, ਕਿਉਂਕਿ ਦੇਸ਼ ਦੀ ਖਾਦ ਸੁਰੱਖਿਆ ਪਿੱਛੇ 2013 'ਚ ਖਾਦ ਸੁਰੱਖਿਆ ਦੇ ਉੱਤੇ ਬਿੱਲ ਪਾਸ ਹੋ ਗਿਆ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਫੂਡ ਸਿਕਿਉਰਿਟੀ ਦੇਣਾ। ਉਹਦੇ ਲਈ ਪ੍ਰੋਕਿਉਰਮੈਂਟ ਲਈ ਕਰਨੀ ਜ਼ਰੂਰੀ ਹੈ, ਜਾਂ ਦੇਸ਼ ਦੇ ਵਿੱਚ ਇੰਪੋਰਟ ਕੀਤੀ ਜਾਏਗੀ। ਹੁਣ ਜਿਹੜੇ ਵਿੱਚ ਕੁਝ ਹੋ ਸਕਦੇ ਨੇ, ਜਿਹੜੇ ਉਣਤਾਈਆਂ ਰਹਿ ਗਈਆਂ ਨੇ, ਉਹ ਉਣਤਾਈਆਂ ਸਮਾਂ ਰਹਿੰਦਿਆਂ ਉਹ ਕਲੀਅਰ ਹੋਣੀਆਂ ਚਾਹੀਦੀਆਂ ਨੇ। ਜਿਸ ਤਰ੍ਹਾਂ ਹੁਣ ਐਡਵਾਂਸ ਐਸਟੀਮੇਟ ਦੀ ਗੱਲ ਹੋ ਰਹੀ ਹੈ ਕਿ 1300 ਲੱਖ ਟਨ ਦੇ ਕੋਲ ਕਣਕ ਹੋਏਗੀ, ਤੇ ਜੇ ਕਣਕ ਹੀ ਉੱਥੇ 1250 ਦੇ ਕੋਲ ਪਹੁੰਚੀ, ਇਹਦਾ ਮਤਲਬ ਵੀ 50 ਤੋਂ 70 ਲੱਖ ਟਨ ਦਾ ਘਾਪਾ ਪੈ ਗਿਆ। ਉਸ ਨੂੰ ਕਿੱਦਾਂ ਪੂਰਾ ਕੀਤਾ ਜਾਏਗਾ? ਦੂਸਰੀ ਗੱਲ ਹੈ, ਜਦੋਂ ਤੱਕ ਕਿਸਾਨੀ ਦਾ ਸਰਵਾਈਵਲ ਨਹੀਂ ਹੈ, ਇਹ ਜੋ ਕਿਸਾਨੀ ਇਸ ਵੇਲੇ ਦੇਸ਼ ਦੇ ਵਿੱਚ ਚੱਲ ਰਹੀ ਹੈ, ਲਾਹੇਵੰਦਾ ਧੰਦਾ ਤੇ ਧੰਦੇ ਦਾ ਤਾਂ ਕੰਮ ਹੀ ਨਹੀਂ ਹੈ। ਇਹ ਤਾਂ ਸਿਰਫ ਵੇ ਆਫ ਲਾਈਫ ਆ, ਕਿਉਂਕਿ ਉਹ ਕਿਸਾਨ ਹੁਣ ਹੋਰ ਕੋਈ ਕੰਮ ਕਰ ਨਹੀਂ ਸਕਦਾ। ਉਹਦੇ ਜਿਹੜੇ ਬੱਚੇ ਨੇ ਅੱਗੇ ਵੱਧ ਗਏ ਨੇ, ਉਹ ਖੇਤੀਬਾੜੀ ਕਰਨਾ ਨਹੀਂ ਚਾਹੁੰਦੇ। ਤੇ ਜਿਹੜਾ ਕਿਸੇ ਨੂੰ ਦਿਖਦਾ ਕਿ ਵੱਡੀ ਕਾਰ ਹੈ, ਕਿਸੇ ਕੋਲ ਰਹਿਣ ਦਾ ਚੰਗਾ ਪੱਕਾ ਮਕਾਨ ਬਣਾ ਲਿਆ, ਕਦੇ ਚੈੱਕ ਕਰਿਓ ਉਹਦੇ ਪਿੱਛੇ ਉਹਦਾ ਸਹਾਇਕ ਧੰਦਾ ਹੋਏਗਾ, ਜਾਂ ਉਹਨਾਂ 'ਚੋਂ ਕੋਈ ਇੱਕ ਨੌਕਰੀ ਕਰਦਾ ਹੋਏਗਾ, ਜਾਂ ਕੋਈ ਕਿਤੇ ਬਾਹਰ ਕਾਰੋਬਾਰ ਕਰ ਰਿਹਾ ਹੋਏਗਾ, ਜਾਂ ਕੋਈ ਟਰੱਕ ਟਰਾਂਸਪੋਰਟ 'ਚ ਹੀ ਕੰਮ ਕਰ ਰਿਹਾ ਹੋਏਗਾ। ਇਸ ਵੇਲੇ ਕਿਸਾਨੀ ਬਹੁਤ 33% ਦੇ ਕੋਲ ਐਸਾ ਕਿਸਾਨ ਹੈ ਦੇਸ਼ ਦੇ ਵਿੱਚ ਜਿਹੜਾ 5 ਏਕੜ ਤੋਂ ਥੱਲੇ ਦਾ ਹੈ। ਉਹਦੇ ਲਈ ਸਰਕਾਰ ਨੂੰ ਹਰ ਹਾਲ 'ਚ ਖਲੋਣਾ ਪਏਗਾ ਉਹਦੇ ਨਾਲ। ਦੂਸਰੇ ਪਾਸੇ ਜਿੰਨੀ ਵੱਡੀ ਪਾਪੂਲੇਸ਼ਨ ਹੈ, 62% ਰੂਰਲ ਏਰੀਆਜ਼ ਦੇ ਵਿੱਚ, ਉਹਦੇ ਲਈ ਜੇ ਤੁਸੀਂ ਉਹਨਾਂ ਨੂੰ ਅਲਾਓ ਕਰਦੇ ਹੋ ਹਿਜਰਤ ਲਈ, ਅਰਬਨ ਏਰੀਆ 'ਚ ਹੀ ਆਉਣਗੇ, ਹੋਰ ਕਿੱਥੇ ਜਾਣਾ ਉਹਨਾਂ ਨੇ। ਵਿਦੇਸ਼ ਜਾਣ ਵਾਲੀਆਂ ਚੀਜ਼ਾਂ ਉਹ ਨਾਮ ਮਾਤਰ ਨੇ। ਜਿੱਥੇ 130 ਕਰੋੜ ਤੋਂ ਵੱਧ ਦੀ ਪਾਪੂਲੇਸ਼ਨ ਦੇ ਵਿੱਚ ਜੇ 1% ਬਾਹਰ ਚਲੇ ਜਾ ਰਿਹਾ ਤੇ 1.5 ਕਰੋੜ ਬੰਦਾ ਬਾਹਰ ਚਲੇ ਗਿਆ, ਇਸ ਤੋਂ ਵੱਧ ਕਿੰਨਾ ਜਾਏਗਾ?
ਬਾਕੀ ਲਈ ਤੇ ਇੱਥੇ ਕੁਝ ਕਰਨਾ ਪਏਗਾ ਨਾ। ਤੇ ਜੇ ਅਰਬਨ ਮਾਈਗ੍ਰੇਸ਼ਨ ਸ਼ੁਰੂ ਹੁੰਦੀ ਹੈ ਤੇ ਅਰਬਨ ਇਨਫਰਾਸਟ੍ਰਕਚਰ ਤੇ ਸਾਡਾ ਆਲਰੇਡੀ ਭਾਰ ਥੱਲੇ ਦੱਬਿਆ ਪਿਆ ਹੈ। ਜੇ ਕੋਈ ਇੱਕ ਨਵਾਂ ਬੰਦਾ ਆਉਂਦਾ ਉਹਨੂੰ ਘੱਟ ਤੋਂ ਘੱਟ 50-60 ਲੀਟਰ ਪਾਣੀ ਚਾਹੀਦਾ ਉਹਨੂੰ। ਸੋ ਸਰਕਾਰ ਲਈ ਬੈਟਰ ਇਹੋ ਹੀ ਹੈ ਕਿ ਇਹਨਾਂ ਦੀ ਖੇਤੀਬਾੜੀ ਦੇ ਆਲੇ ਦੁਆਲੇ ਹੀ ਤਾਣਾ ਬਾਣਾ ਬੁਣਿਆ ਜਾਵੇ, ਉਹਦੇ 'ਚ ਇਨਵੋਲਵਮੈਂਟ ਰਵੇ, ਉਹਦੇ 'ਚ ਹੀ ਇੰਪਲੋਇਮੈਂਟ ਹੋਵੇ, ਉਹਦੇ 'ਚ ਹੀ ਆਮਦਨੀ ਹੋਵੇ ਤੇ ਉਹਦੇ ਵਿੱਚ ਹੀ ਫਿਊਚਰ ਦਾ ਸਕੋਪ ਹੋਵੇ ਕਿ ਐਕਸਪੋਰਟ ਲਈ ਖੋਲ੍ਹਿਆ ਜਾਵੇ। ਭਾਰਤ ਇੱਕ ਐਸਾ ਦੇਸ਼ ਆ ਜਿਹਦੇ ਵਿੱਚ ਤੁਹਾਨੂੰ ਐਡਿਕੁਏਟ ਸਨਲਾਈਟ ਮਿਲਦੀ ਹੈ। ਜੇ ਤੁਸੀਂ ਫਾਰ ਈਸਟ ਵੱਲ ਚਲੇ ਜਾਓ ਛੋਟੇ ਦਿਨ ਨੇ, ਜੇ ਮਿਡਲ ਈਸਟ 'ਚ ਚਲੇ ਜਾਓ ਤਾਂ ਬਹੁਤ ਜ਼ਿਆਦਾ ਗਰਮੀ ਹੈ, ਸੈਂਟਰਲ ਯੂਰਪ 'ਚ ਚਲੇ ਜਾਓ ਤੇ ਅੱਧਾ ਸਾਲ ਤੇ ਉਹ ਬਰਫ਼ 'ਚ ਡੁੱਬੇ ਰਹਿੰਦੇ ਨੇ, ਨਾਰਥ ਅਮਰੀਕਾ 'ਚ ਚਲੇ ਜਾਓ ਤੇ ਗਿਣੀ ਚੁਣੀ ਕਿਤੇ ਧੁੱਪ ਆਉਂਦੀ ਹੈ। ਇਹ ਇੱਕ ਖੁਦਾਦਾਤ ਚੀਜ਼ ਮਿਲੀ ਹੈ, ਪਰਮਾਤਮਾ ਦੀ ਕਿਰਪਾ ਰਹੀ ਹੈ। ਇਹਦੇ 'ਚ ਸਨਲਾਈਟ ਹੈ, ਸਾਫ਼ ਸਪਸ਼ਟ ਪਾਣੀ ਹੈ ਔਰ ਜ਼ਮੀਨ ਜ਼ਰਖੇਜ਼ ਹੈ। ਇਹਦੇ ਰਾਹੀਂ ਜਿੱਥੇ ਸਭ ਤੋਂ ਵੱਡਾ ਗਰੋਥ ਇੰਜਨ ਬਣ ਸਕਦਾ ਐਗਰੀਕਲਚਰ, ਉੱਥੇ ਸਭ ਤੋਂ ਵੱਡਾ ਇੰਪਲੋਇਮੈਂਟ ਜਨਰੇਸ਼ਨ ਇੰਜਨ ਹੈਗਾ ਹੈ। ਹੁਣ ਡੈਨਮਾਰਕ ਵਰਗੇ ਛੋਟੇ ਕੰਟਰੀ ਨੇ, ਇਜ਼ਰਾਈਲ ਵਰਗੇ ਬਹੁਤ ਛੋਟੇ ਕੰਟਰੀ ਨੇ, 2 ਘੰਟਿਆਂ 'ਚ ਇੱਕ ਪਾਸਿਓਂ ਕੰਟਰੀ ਨਿਕਲੋ ਤੇ ਕ੍ਰਾਸ ਕਰ ਜਾਂਦੇ। ਇੱਥੇ ਤੇ ਜ਼ਿਲ੍ਹੇ ਇਹੋ ਜਿਹੇ ਨੇ, ਪੰਜਾਬ ਦੇ ਬਰਾਬਰ 2 ਜ਼ਿਲ੍ਹੇ ਹੋ ਜਾਂਦੇ ਨੇ ਰਾਜਸਥਾਨ ਦੇ। ਵੈਸਟ ਬੰਗਾਲ ਦੇ ਵਿੱਚ ਇੱਕ ਡਿਪਟੀ ਕਮਿਸ਼ਨਰ ਹੈ ਤੇ ਇੱਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਬਰਾਬਰ ਹੋ ਜਾਂਦੇ ਨੇ। ਜੇ ਬੀਕਾਨੇਰ ਲੈ ਲਓ, ਜੈਸਲਮੇਰ ਲੈ ਲਓ ਜਾਂ ਦਾਰਜਲਿੰਗ ਲੈ ਲਓ, ਏਡੇ ਏਡੇ ਵੱਡੇ ਜ਼ਿਲ੍ਹੇ ਨੇ। ਉਹਨਾਂ ਲਈ ਇੱਕ ਲੋਕਲ ਸਪੈਸੀਫਿਕ ਲੋੜ ਮੁਤਾਬਕ ਇਹ ਕਾਰਵਾਈ ਸ਼ੁਰੂ ਕਰਨੀ ਚਾਹੀਦੀ। ਐਗਰੀਕਲਚਰ ਇੱਕ ਐਸਾ ਧੁਰਾ ਹੈ ਜਿਹੜਾ ਤੁਹਾਨੂੰ ਇੰਪਲੋਇਮੈਂਟ ਦੇਵੇਗਾ ਤੇ ਜਿਹੜਾ ਤੁਹਾਡਾ ਪ੍ਰੋਸਪੈਰਿਟੀ ਕਰੇਗਾ। ਜੇ ਉਹ ਕੰਟਰੀਆਂ ਦੇ, ਛੋਟੇ ਕੰਟਰੀਆਂ ਦੇ ਵਿੱਚੋਂ ਦੁੱਧ ਉਤਪਾਦ ਐਕਸਪੋਰਟ ਹੋ ਰਹੇ ਨੇ ਤੇ ਸਾਡੇ ਦੇਸ਼ 'ਚ ਕੀ ਮੁਸ਼ਕਲ ਹੈ, ਪੰਜਾਬ ਦੇ ਵਿੱਚ ਕੀ ਮੁਸ਼ਕਲ ਹੈ। ਪੰਜਾਬ ਤੋਂ ਨਿਕਲ ਕੇ ਨਾਨਕ ਸਿੰਘ ਹੋਣਾ ਨੇ, ਨਾਨਕ ਮਿਲਕ ਨੇ ਦਿੱਲੀ ਦੇ ਵਿੱਚ ਦਸਤਕ ਦਿੱਤੀ। ਚਲੋ ਹੁਣ ਉਹ ਸਵਰਗਵਾਸ ਹੋ ਗਏ ਨੇ। ਅਮੁੱਲ ਦੇ ਬਰਾਬਰ ਦੀ ਟੱਕਰ ਦਾ ਇੱਕ ਬ੍ਰਾਂਡ ਉਹਨਾਂ ਨੇ ਖੜਾ ਕਰ ਦਿੱਤਾ। ਅਮੁੱਲ ਗੁਜਰਾਤ 'ਚੋਂ ਉੱਠਿਆ ਕੋਆਪਰੇਟਿਵ ਦੇ ਵਿੱਚ, ਵਰਗਿਸ ਕੁਰੀਅਨ ਸਾਹਿਬ ਦਾ ਬੜਾ ਯੋਗਦਾਨ ਰਿਹਾ। ਇਹਦੇ ਨਾਲ ਸਹਾਇਕ ਧੰਦਿਆਂ ਨੂੰ ਸਪੋਰਟ ਕਰਨੀ ਜ਼ਰੂਰੀ ਹੈ। ਇਹ ਜਿਸ ਤਰ੍ਹਾਂ ਕਣਕ ਝੋਨੇ ਦੀ ਗੱਲ ਹੋ ਰਹੀ ਹੈ ਕਿ ਇਹਨੂੰ ਫਸਲੀ ਚੱਕਰ ਤੋਂ ਬਾਹਰ ਨਿਕਲ ਆਓ, ਕਦੇ ਨਹੀਂ ਨਿਕਲ ਸਕਦਾ। ਗੱਲ ਉਹ ਹੈ ਨਾ ਕਿ ਨੀਤੀ ਦੀ ਘਾਟ ਹੈ, ਨੀਤੀ ਦੇ ਵਿੱਚ ਪਈ ਨੀਅਤ ਤੇ ਬਦਨੀਅਤ, ਇਹਦੀ ਗੱਲ ਹੈ। ਹੁਣ ਹਾਲ ਹੀ ਦੇ ਵਿੱਚ ਪੰਜਾਬ ਦੀ ਖੇਤੀ ਨੀਤੀ ਆ ਰਹੀ ਹੈ, ਕੀ ਤਵੱਕੋ ਰੱਖਦੇ ਹੋ ਉਸ ਖੇਤੀ ਨੀਤੀ ਤੋਂ ਤੇ ਕੋਈ ਸੁਝਾਅ ਇਸ ਇੰਟਰਵਿਊ ਦੇ ਜ਼ਰੀਏ ਸਾਂਝਾ ਕਰਨਾ ਚਾਹੁੰਦੇ ਹੋ? ਇਹ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਖੇਤੀ ਪ੍ਰਧਾਨ ਸੂਬਾ ਹੈ, ਸਾਡੀ ਹਲੇ ਖੇਤੀ ਨੀਤੀ ਕਿਤੇ ਕਿਸੇ ਪਾਸੇ ਤਨ ਵਤਨ ਲੱਗਦੀ ਨਹੀਂ ਪਈ। ਮੰਤਰੀ ਜੀ ਜੋ ਪਹਿਲਾਂ ਸੀਗੇ ਉਹਨਾਂ ਬੜੇ ਜ਼ੋਰ ਸ਼ੋਰ ਨਾਲ ਪਬਲਿਕ ਪਲੇਟਫਾਰਮ ਤੇ ਗੱਲ ਸ਼ੁਰੂ ਕੀਤੀ। ਹੱਲੇ ਵੀ ਬਹੁਤ ਸਾਰੇ ਨੀਤੀ ਘਾੜੇ ਨੇ, ਹੱਲੇ ਵੀ ਬਹੁਤ ਸਾਲ ਪੰਜਾਬ ਦੇ ਜਿਹੜੇ ਨੀਤੀ ਘਾੜੇ ਨੇ ਨਾ ਖੇਤੀਬਾੜੀ ਵਾਲੇ, ਉਹ ਪ੍ਰੈਕਟੀਕਲ ਫਾਰਮਰ ਨੇ, ਕਿਉਂਕਿ ਉਹ ਆਪ ਜ਼ਮੀਨਾਂ 'ਚੋਂ ਉੱਠ ਕੇ ਆਏ ਨੇ। ਉਹਨਾਂ 'ਚੋਂ 1-2 ਬੱਚੇ ਪੜ੍ਹਨ ਲਈ ਗਏ, ਯੂਨੀਵਰਸਿਟੀ 'ਚ ਗਏ। ਦੁਨੀਆ ਦੀ ਟੌਪ ਮੋਸਟ ਯੂਨੀਵਰਸਿਟੀ ਆ ਪਰਸੋਂ ਸਰਵੇਖਣ ਆਇਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਟੌਪ 'ਤੇ ਗਈ ਹੈ। ਉੱਥੇ ਜਿਹੜੇ ਵਾਈਸ ਚਾਂਸਲਰ ਨੇ ਡਾਕਟਰ ਸਤਬੀਰ ਸਿੰਘ ਗੋਸਲ, ਆਪ ਪ੍ਰੈਕਟੀਕਲ ਫਾਰਮਰ ਨੇ। ਇਸ ਕਰਕੇ ਉਹਨਾਂ ਸਾਰੇ ਬੰਦਿਆਂ ਦੀ ਸਲਾਹ ਕਰਕੇ ਉਹ ਬਣਾਉਣਾ ਚਾਹੀਦਾ, ਉਹ ਖੇਤੀ ਨੀਤੀ ਬਣਾਵੇ। ਹੁਣ ਕੱਲ੍ਹ ਪਰਸੋਂ ਤੋਂ ਗੱਲ ਚੱਲ ਰਹੀ ਹੈ ਬੋਸਟਨ ਕੰਸਲਟਿੰਗ ਗਰੁੱਪ ਸਾਨੂੰ ਗਾਈਡ ਕਰੇਗਾ। ਮੈਂ ਤਾਂ ਇਹ ਸਮਝਦਾ ਵੀ ਸਰਕਾਰ ਦੀ ਇੱਕ ਚੰਗੀ ਸੋਚ ਹੈ, ਲੇਕਿਨ ਇਹ ਵੀ ਗੱਲ ਦਾ ਖਿਆਲ ਰੱਖਿਓ ਕਿੱਥੇ BCG ਨੇ ਤੁਹਾਨੂੰ ਕੰਸਲਟੇਸ਼ਨ ਦੇਣੀ ਹੈ, ਕਿੱਥੇ ਤੁਹਾਡੇ ਪ੍ਰੈਕਟੀਕਲ ਫਾਰਮਰ ਨੇ ਤੁਹਾਨੂੰ ਜਿਹੜੀ ਸੋਝ ਦੇਣੀ ਹੈ। ਇਹ ਨੀਤੀ ਇੱਥੇ ਹਾਲਾਤ ਐਸੇ ਨੇ ਕਿ ਜੇ ਤੁਹਾਨੂੰ ਖਾਦ ਮਿਲ ਗਈ ਹੈ ਤਾਂ ਬੀ ਨਹੀਂ ਮਿਲਣਾ, ਜੇ ਬੀ ਤੁਹਾਨੂੰ ਮਿਲ ਗਿਆ ਤੇ ਉਹਦਾ ਵੀਡੀਸਾਈਡ ਖਰਪਤਮਾਰ ਮਾਰਨ ਵਾਲੀਆਂ ਨਹੀਂ ਮਿਲਣੀਆਂ, ਇਨਸੈਕਟੀਸਾਈਡ ਪ੍ਰੋਪਰ ਨਹੀਂ ਮਿਲਣਾ, ਉਹਦੀ ਕੋਈ ਨਾ ਕੋਈ ਗੜਬੜ ਨਿਕਲ ਹੀ ਆਣੀ ਹੈ। ਜੇ ਤਿੰਨੇ ਚੀਜ਼ਾਂ ਇੱਧਰੋਂ ਇਕੱਠੇ ਹੋ ਗਈਆਂ ਤੇ ਉਧਰੋਂ ਬਿਜਲੀ ਦੇ ਰਾਹੀਂ ਤੁਹਾਨੂੰ ਪਾਣੀ ਨਹੀਂ ਮਿਲਣਾ। ਜੇ ਪਾਣੀ ਮਿਲ ਗਿਆ ਤੁਹਾਨੂੰ ਤੇ ਉਹਦੇ ਅਗਲੇ ਪਾਸੇ ਮੌਸਮ ਐਸਾ ਕਿ ਉਧਰੋਂ ਬਰਸਾਤ ਹੋ ਜਾਣੀ, ਕੋਈ ਆਪਸ 'ਚ ਇਹਨਾਂ ਦਾ ਕੋਈ ਲਿੰਕੇਜ ਨਹੀਂ ਹੈਗੀ। ਸਭ ਤੋਂ ਵੱਡੀ ਗੱਲ ਹੈ ਜਿਹੜੀ ਖੇਤੀ ਨੀਤੀ ਦੇ ਵਿੱਚ ਇੱਕ ਧੁਰਾ ਹੋਣਾ ਚਾਹੀਦਾ ਜਿਹੜਾ ਉਹ ਡਿਸਾਈਡ ਕਰੇ ਪੰਜਾਬ ਦੇ ਵਿੱਚ। ਜਿਸ ਤਰ੍ਹਾਂ ਇੱਕ ਅੰਬੁਡਸਮੈਨ ਦੀ ਗੱਲ ਚੱਲੀ ਸੀਗੀ ਕਿ ਖੇਤੀਬਾੜੀ ਤੇ ਵੀ ਇੱਕ ਅੰਬੁਡਸਮੈਨ ਹੋਣਾ ਚਾਹੀਦਾ, ਉਹ ਡਿਸਾਈਡ ਕਰੇਗਾ ਕਿ ਕਿਹੜੀ ਕੰਬਾਈਨ ਮਸ਼ੀਨ 'ਚ ਵੜੇਗੀ ਪੈਲੀ ਦੇ ਵਿੱਚ। ਚੀਮਾ ਸਾਹਿਬ ਗੱਲ ਇਹ ਹੈ ਕਿ ਖੁਦਕੁਸ਼ੀ ਦੇ ਰਾਹ ਤੇ ਤੁਰੇ ਕਿਸਾਨ ਦੇ ਲਈ ਪਹਿਲਾਂ ਤਾਂ ਗੱਲ ਸਰਵਾਈਵਲ ਦੀ ਹੈ, ਉਸ ਤੋਂ ਬਾਅਦ ਰਿਵਾਈਵਲ ਦੀ ਹੈ। ਕਿੱਦਾਂ ਇਹ ਪੋਸੀਬਲ ਹੋ ਸਕਦਾ? ਕਿਉਂਕਿ ਬੰਦਾ ਰੋਟੀ ਬਿਨਾਂ ਤਾਂ ਰਹਿ ਨਹੀਂ ਸਕਦਾ। ਮੈਂ ਸ਼ੁਰੂਆਤ ਵੀ ਇੱਥੋਂ ਹੀ ਗੱਲ ਕੀਤੀ ਸੀਗੀ। ਤੇ ਜਦੋਂ ਸਾਨੂੰ ਪਤਾ ਹੈ ਕਿ ਅਸੀਂ ਕਿਸਾਨ ਤੋਂ ਬਿਨਾਂ ਆਪਣਾ ਜੀਵਨ ਬਸਰ ਨਹੀਂ ਕਰ ਸਕਦੇ, ਸਾਡਾ ਗੁਜ਼ਾਰਾ ਨਹੀਂ ਹੈ, ਪਰ ਉਸ ਬਾਰੇ ਨਾ ਸੋਚਣਾ ਕਿੱਥੋਂ ਦੀ ਇਹ ਸਾਡੀ ਮੰਦਬੁੱਧੀ ਬਣ ਗਈ ਹੈ? ਇਹ ਇੱਕ ਐਸਾ ਬਿਰਤਾਂਤ ਜਦੋਂ ਸਿਰਜ ਦਿੰਦੇ ਨੇ ਨਾ ਕਿ ਕਿਸਾਨ ਦੀ ਖੁਦਕੁਸ਼ੀਆਂ ਵੱਲ ਧਿਆਨ ਹੋ ਗਿਆ।
ਇਹ ਉਹ ਕਿਸਾਨ ਹੈ ਜਿਹਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਤੇ ਪੈਲੀ ਵਾਹੀ ਆਪਣੀ। ਨੇਰ ਸਵੇਰ ਸੌਣ ਭਾਦੋਂ 'ਚ ਵੇਖ ਲਓ, ਬਰਸਾਤਾਂ 'ਚ ਐਕਸਟ੍ਰੀਮ, ਉੱਥੇ ਹੀ ਸੱਪ ਫਿਰਦਾ ਹੁੰਦਾ, ਉੱਥੇ ਹੀ ਕਿਸਾਨ ਫਿਰ ਰਿਹਾ ਹੁੰਦਾ। ਪੋਹ ਮਾਘ ਦੇ ਵਿੱਚ ਕੱਕਰ ਜੰਮਿਆ ਹੁੰਦਾ, ਉੱਥੇ ਉਹ ਮਿਹਨਤ ਕਰਦਾ। ਜੇ ਉਹਦੀ ਮਜਬੂਰੀ ਆਂਦੀ ਏ, ਉਹਨੂੰ ਉਸ ਤੋਂ ਬਾਹਰ ਕੱਢਣਾ ਬੜਾ ਜ਼ਰੂਰੀ ਹੈ। ਇਹ ਸਰਕਾਰ ਦੀ ਜ਼ਿੰਮੇਵਾਰੀ ਇਸ ਕਰਕੇ ਹੈ ਕਿ ਸੋਸ਼ਲ ਵੈਲਫੇਅਰ ਸਟੇਟ ਹੈ। ਇੱਕ ਉਹ ਡਿਕਟੇਟੋਰੀਅਲ ਸਟੇਟ ਨਹੀਂ ਹੈਗੀ ਕਿ ਕਿਸੇ ਡਿਕਟੇਟਰ ਦਾ ਜਾਂ ਕਿਸੇ ਰਾਜੇ ਦਾ ਰਾਜ ਆ। ਇਹ ਪ੍ਰਜਾ ਲਈ ਬਣਾਈ ਗਈ ਹੈ ਸਰਕਾਰ, ਤੇ ਸਰਕਾਰ ਪ੍ਰਜਾ ਵੱਲੋਂ ਚੁਣੀ ਗਈ ਹੈ। ਉਸ ਲਾਸਟ ਮਾਈਲ ਤੇ ਉਸ ਆਖਰੀ ਕਿਸਾਨ ਦੀ ਬਾਂਹ ਫੜਨੀ ਸਰਕਾਰ ਦੀ ਜ਼ਿੰਮੇਵਾਰੀ ਹੈ। ਸਾਨੂੰ ਸਭ ਨੂੰ ਪਤਾ ਹੁੰਦਾ ਵੀ ਇਹਨੇ ਕਰਜ਼ਾ ਲਿਆ, ਬਹੁਤਾਤ ਕਰਜ਼ਿਆਂ ਦੀ ਹੈ। ਜਦੋਂ ਫਸਲ ਮਰ ਗਈ, ਉਹ ਕਿਸਾਨ ਕੀ ਕਰੇਗਾ? ਉਹ ਮੋਮੈਂਟਲੀ ਉਸ ਵੇਲੇ ਦਾ ਜਿਹੜਾ ਹੁਲਾਰਾ ਆਉਂਦਾ, ਉਹ 'ਚੋਂ ਖੁਦਕੁਸ਼ੀ ਕਰ ਜਾਂਦਾ। ਖੁਦਕੁਸ਼ੀ ਕੋ ਹੱਲ ਥੋੜ੍ਹਾ ਹੈ। ਉਹਦੇ ਨਾਲ ਮਗਰਲੇ ਪਰਿਵਾਰ ਦਾ ਕੀ ਬਣਦਾ? ਸਾਡੇ ਦੇਸ਼ ਦੇ ਵਿੱਚ ਹੀ ਵਾਇਨਾਡ ਦੇ ਵਿੱਚ, ਕੇਰਲਾ 'ਚ ਕੋਕੋਨਟ ਦੀ ਫਾਰਮਿੰਗ ਹੁੰਦੀ ਸੀ, ਉਹਦੇ ਲਈ ਨਵਾਂ ਪੈਕੇਜ ਬਣਿਆ। ਲੋਕਾਂ ਨੇ ਸੁਧਾਰ ਕੀਤਾ ਵੀ ਕਿਸਾਨੀ ਨੂੰ ਹੈਂਡ ਹੋਲਡਿੰਗ ਕਿੱਦਾਂ ਕਰਨੀ, ਉਹਨੂੰ ਧਰਵਾਸ ਕਿੱਦਾਂ ਦੇਣਾ। ਵਿਦਰਭਾ ਪੈਕੇਜ ਮਹਾਰਾਸ਼ਟਰ 'ਚ ਆਇਆ, ਉਹਦੇ 'ਚ ਇਹੋ ਚੀਜ਼ਾਂ ਵੱਲ ਵੇਖਿਆ ਗਿਆ ਕਿ ਕਿਸਾਨ ਨੂੰ ਇਹਦੇ ਤੋਂ ਬਾਹਰ ਕਿੱਦਾਂ ਕੱਢਣਾ, ਕਿ ਐਕਸਟ੍ਰੀਮ ਹਾਲਾਤਾਂ ਦੇ ਵਿੱਚ ਕਮਿਊਨਿਟੀ ਪਾਰਟਿਸਪੇਸ਼ਨ ਕਰਕੇ ਕਿਸਾਨ ਨੂੰ ਉਸ ਪਾਸੇ ਤੋਰੋ ਵੀ ਹੁਣ ਠੀਕ ਆ, ਮਾੜੀ ਗੱਲ ਹੋ ਗਈ ਹੈ ਬਟ ਇਹਦੇ 'ਚੋਂ ਬਾਹਰ ਨਿਕਲਣਾ, ਮੌਤ ਕੋਈ ਹੱਲ ਨਹੀਂ ਹੈਗਾ। ਆ ਬੀਤੇ ਦਿਨਾਂ ਦੀ ਐਗਜ਼ਾਮਪਲ ਮੈਂ ਦੱਸਦਾ, 2 ਰੁਪਏ ਕਿਲੋ ਲਸਣ ਵਿਕਣ ਦਿਆ ਸੀ, ਲੋਕ ਛੱਪੜਾਂ 'ਚ ਇਲਾਕਿਆਂ 'ਚ ਸੁੱਟੀ ਜਾਣ। ਮੇਰੀ 2-3 ਕਿਸਾਨਾਂ ਨਾਲ ਮੁਲਾਕਾਤ ਹੋਈ, ਉਹਨਾਂ ਨੇ ਟਰੈਕਟਰ ਟਰਾਲੀ ਦੇ ਉੱਤੇ ਪੂਰੀ ਟਰਾਲੀ ਲਸਣ ਨਾਲ ਲੱਦੀ ਹੋਈ 2 ਰੁਪਏ ਕਿਲੋ ਲਈ। ਚੰਡੀਗੜ੍ਹ, ਜਲੰਧਰ, ਲੁਧਿਆਣੇ ਉਹਨਾਂ ਦੇ ਨਾਲ ਦੇ ਸਾਥੀ 50 ਰੁਪਏ ਕਿਲੋ ਵੇਚ ਕੇ ਲੋਕਾਂ ਨੇ ਹੱਸ ਕੇ ਖਰੀਦਿਆ। ਮੈਂ ਉਹਨੂੰ ਪੁੱਛਿਆ ਵੀ 2 ਰੁਪਏ 'ਚ ਕੀ ਤੈਨੂੰ ਬਚਿਆ? ਕਹਿੰਦਾ ਜੀ ਉੱਥੇ ਹੁੰਦੇ ਤੇ ਅਸੀਂ ਘਬਰਾ ਜਾਂਦੇ, ਕੁਛ ਤੇ ਹੋਣਾ ਹੀ ਸੀਗਾ ਵੀ ਇੰਨਾ ਕਰਜ਼ਾ ਕਿਸ ਤਰ੍ਹਾਂ ਲੱਥਣਾ, ਜਿਹੜਾ ਕ੍ਰੌਪ ਦਾ ਕਰਜ਼ਾ ਹੈ। ਇਹ ਦੂਸਰਾ ਜਿਹੜਾ ਨਵਾਂ ਕਨਸੈਪਟ ਕ੍ਰੀਏਟ ਕਰਤਾ ਨਾ ਕਿ ਕਿਸਾਨ ਇੱਧਰੋਂ ਪੈਸੇ ਲੈ ਕੇ ਇੱਧਰ ਵਰਤ ਲੈਂਦਾ, ਜ਼ਰੂਰ ਹੋਏਗਾ ਲੇਕਿਨ ਬਹੁਤਾਤ ਦੇ ਵਿੱਚ ਨਹੀਂ ਹੈਗਾ। ਕ੍ਰੌਪ ਇੰਸ਼ੋਰੈਂਸ ਸਭ ਤੋਂ ਜ਼ਿਆਦਾ ਸਮੇਂ ਦੀ ਲੋੜ ਸੀਗੀ ਕਿ ਕ੍ਰੌਪ 'ਚ ਹੀ ਨੁਕਸਾਨ ਹੁੰਦਾ, ਕ੍ਰੌਪ 'ਚ ਹੀ ਕਿਸਾਨ ਬਣਦਾ। ਅਸੀਂ ਨਿੱਕੇ ਹੁੰਦਿਆਂ ਐਗਜ਼ਾਮਪਲ ਸੁਣੀ ਸੀ ਕਿ ਮਾਲਵੇ ਦੇ ਵਿੱਚ 5 ਸਾਲ ਲਗਾਤਾਰ ਮਿਰਚਾਂ ਲਾਓਗੇ ਤੇ ਤਾਂ ਤੁਹਾਡਾ ਕੁਝ ਬਚੇਗਾ। ਇਹ ਨਹੀਂਗਾ ਕਿ ਪਹਿਲੇ ਸਾਲ ਮਿਰਚ ਲਾ ਲਈ ਤੇ ਲੱਖ ਰੁਪਇਆ ਕਮਾ ਲਿਆ ਤੇ ਅਗਲੇ 4 ਕ੍ਰੌਪ ਫੇਲੀਅਰ ਵੀ ਹੋ ਜਾਣੇ ਨੇ। ਉਸੇ ਤਰ੍ਹਾਂ ਹੀ ਸਰਕਾਰ ਸਾਡੀ ਕਿਸਾਨ ਦੇ ਨਾਲ ਬਾਂਹ ਮਿਲਾ ਕੇ, ਮੋਢੇ ਨਾਲ ਮੋਢਾ ਜੋੜ ਕੇ, ਉਹਦੇ ਦਿਮਾਗ ਰਾਹੀਂ ਆਪਣੀ ਚੀਜ਼ ਨੂੰ ਉਸ ਹਿਸਾਬ ਨਾਲ ਜਿਹੜੀ ਪਾਲਿਸੀ ਹੈ ਉਹਨੂੰ ਬਣਾਏ। ਇਹ ਸਮੇਂ ਦੀ ਲੋੜ ਆ। ਸਭ ਤੋਂ ਪਹਿਲਾਂ ਗੱਲਾਂ ਕਰਨ ਨੂੰ ਬਹੁਤ ਸਾਰੀਆਂ ਨੇ ਕਿ ਕਿਸਾਨ ਨੇ ਖੁਦਕੁਸ਼ੀ ਕਰ ਲਈ, ਇਹ ਕੋਈ ਹੱਲ ਨਹੀਂ ਹੈਗਾ। ਲੇਕਿਨ ਕਿਤੇ ਨਾ ਕਿਤੇ ਸਰਕਾਰ ਵੱਲੋਂ ਉਣਤਾਈ ਰਹਿ ਜਾਂਦੀ ਹੈ, ਨੀਤੀ ਤੇ ਨੀਅਤ ਦਾ। ਸਾਡੀਆਂ ਸਰਕਾਰਾਂ ਪੈਕੇਜ ਲੈ ਨਹੀਂ ਸਕੀਆਂ ਜਾਂ ਕੇਂਦਰ ਦਿੰਦਾ ਨਹੀਂ, ਦੋਨੋਂ ਗੱਲਾਂ ਨੇ। ਬਹੁਤਾ ਮੈਂ ਕਹਾਂਗਾ ਇੱਥੇ ਜਿਸ ਤਰ੍ਹਾਂ ਆਪਾਂ ਸੁਣਦੇ ਆਉਂਦੇ ਹਾਂ ਕਿ ਜਦੋਂ ਤੱਕ ਬੱਚਾ ਰੋਂਦਾ ਨਹੀਂ ਮਾਂ ਦੁੱਧ ਨਹੀਂ ਦਿੰਦੀ, ਉਹਨੂੰ ਪਤਾ ਨਹੀਂ ਲੱਗਦਾ। ਆਪਾਂ ਕਿੰਨੀ ਕੁ ਵਾਰ ਕੇਂਦਰ ਸਰਕਾਰ ਕੋਲ ਕਿਸੇ ਢੰਗ ਤਰੀਕੇ ਨਾਲ, ਸੰਗਠਿਤ ਢੰਗ ਦੇ ਨਾਲ, ਆਲ ਪਾਰਟੀ ਨਾਲ ਜਾਂ ਕਿਸੇ ਹਰ ਹੀਲੇ ਵਸੀਲੇ ਵਰਤਣ ਤੋਂ ਬਾਅਦ ਭਾਰਤ ਸਰਕਾਰ ਕੋਲ ਪਹੁੰਚ ਕੀਤੀ ਹੋਵੇ। ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਿਆ ਕਈ ਪ੍ਰਦੇਸ਼ਾਂ ਨੇ ਆਪਣੇ ਕਿਸਾਨਾਂ ਦੀ ਖੁਦਕੁਸ਼ੀ ਦੇ ਵਿਗਿਆਨੇ ਦੇ ਵਿੱਚ, ਇਹ ਵਿਗਿਆਨਾ ਇਸ ਲਈ ਮੈਂ ਕਹਿ ਰਿਹਾ ਵੀ ਉਹਦਾ ਅੱਗੇ ਲਈ ਸੁਧਾਰ ਰਹੇ ਨੇ। ਸਾਡਾ ਕਿੰਨੀਆਂ ਕੁ ਪ੍ਰੋਜੈਕਟ ਪ੍ਰਪੋਜ਼ਲ ਉੱਥੇ ਪਈਆਂ ਨੇ ਜਿਹੜੀਆਂ ਪੈਂਡਿੰਗ ਨੇ, ਪਬਲਿਕ ਡੋਮੇਨ ਨੇ। ਕਿਤੇ ਵੀ ਆਪਣੇ ਸਾਰੇ ਸਿਆਸੀ ਲੋਕ, ਐਡਮਿਨਿਸਟ੍ਰੇਟਿਵ ਲੋਕ ਪਬਲਿਕਲੀ ਡਿਬੇਟ ਕਰ ਸਕਦੇ ਨੇ ਵੀ ਸਾਡਾ ਆਹ ਪ੍ਰੋਜੈਕਟ ਦਾ ਇਹਦਾ ਕੋਈ ਹੱਲ ਨਹੀਂ ਹੋਇਆ। ਦੂਸਰੇ ਪਾਸੇ ਅਸੀਂ ਮੰਨ ਲੈਂਦੇ ਹਾਂ 2 ਮਿੰਟ ਲਈ ਸਾਡੀ ਅਣਗਹਿਲੀ ਹੈ ਜਾਂ ਅਸੀਂ ਅਪ ਟੂ ਦਾ ਮਾਰਕ ਨਹੀਂ ਹੈਗੇ, ਅਸੀਂ ਉਸ ਮਿਆਰ ਤੇ ਨਹੀਂ ਪਹੁੰਚ ਸਕੇ ਕਿ ਸਾਨੂੰ ਇਹਦੇ ਮੁਤਾਬਕ ਸਾਨੂੰ ਮੁਆਵਜ਼ਾ ਮਿਲੇ ਤੇ ਗਾਂ ਫਿਊਚਰ ਲਈ ਸਾਡੀ ਇਨਵੈਸਟਮੈਂਟ ਮਿਲੇ। ਭਾਰਤ ਸਰਕਾਰ ਦਾ ਵੀ ਤਾਂ ਫਰਜ਼ ਹੈਗਾ ਨਾ, ਕਿਉਂਕਿ ਫਰੰਟ ਲਾਈਨ ਸਟੇਟ ਆ। ਇੱਥੋਂ ਦੇਸ਼ ਦੀ 40% ਤੋਂ ਵੱਧ ਕਣਕ ਜਾਂਦੀ ਹੈ, 30-32% ਦੇ ਕੋਲ ਝੋਨਾ ਚੌਲ ਜਾਂਦਾ ਹੈ। ਉਹਨਾਂ ਦੀ ਜੇ ਇਹ ਕੈਚਮੈਂਟ ਏਰੀਆ ਖਤਮ ਹੋ ਗਿਆ ਜਿੱਥੋਂ ਇਹ ਦੋਨੋਂ ਖਾਦ ਪਦਾਰਥ ਜਾਣੇ ਨੇ, ਇਹ ਕੇਂਦਰ ਸਰਕਾਰ ਦਾ ਵੀ ਫਰਜ਼ ਬਣਦਾ। ਲੇਕਿਨ ਪਹਿਲਾ ਬੁਨਿਆਦੀ ਫਰਜ਼ ਸਾਡਾ ਵੀ, ਸਾਨੂੰ ਇੱਥੇ ਪੀੜ ਹੈ, ਸਾਡੇ ਇਸ ਪੀੜ ਦਾ ਇਲਾਜ ਕਰੋ। ਜੇ ਅਸੀਂ ਘਰੇ ਬੈਠੇ ਰਵਾਂਗੇ, ਦੋਨੋਂ ਪਾਸੇ ਸੋਚੀ ਜਾਵਾਂਗੇ, ਮੈਂ ਤੇ ਬਹੁਤ ਵਾਰ ਵੇਖਿਆ ਜੇ ਆਪਾਂ ਸਹੀ ਟਿਕਾਣੇ ਤੇ ਕੋਈ ਗੱਲ ਕਰ ਲਈ ਜਾਵੇ ਤੇ ਜ਼ਰੂਰ ਨਿਭਦੀ ਹੈ। ਪੋਲੀਟੀਕਲ ਡਿਸੀਜਨ ਹਰ ਥਾਂ ਦੇ ਉੱਤੇ ਪੋਲੀਟਿਕਸ ਜ਼ਰੂਰ ਹਾਵੀ ਹੋ ਸਕਦੀ ਹੈ, ਲੇਕਿਨ ਹੁਣ ਤੇ ਪਬਲਿਕ ਦਾ ਰੋਹ ਹੀ ਇੰਨਾ ਤਗੜਾ। ਹੁਣ ਜੇ ਕੇਂਦਰ ਸਰਕਾਰ ਨੇ 3 ਕਿਸਾਨ ਵਿਰੋਧੀ ਬਿੱਲ ਸੀਗੇ, ਉਹਨਾਂ ਕਿਹਾ ਵੀ ਅਸੀਂ ਕਿਸਾਨ ਹਿਤੈਸ਼ੀ ਲਿਆਏ ਹਾਂ, ਮੀਡੀਆ ਨੂੰ ਤੋੜਨ ਦੀ ਮਗਰ ਕੋਸ਼ਿਸ਼ ਕੀਤੀ, ਰਾਹੀਂ ਪ੍ਰਚਾਰ ਕੀਤਾ ਕਿ ਬਿਲਕੁਲ ਸਹੀ ਨੇ। ਜਦੋਂ ਸੰਬੰਧਿਤ ਕਿਸਾਨਾਂ ਨੇ, ਸਾਰੇ ਦੇਸ਼ ਵਾਲਿਆਂ ਨਹੀਂ ਮੰਨਿਆ ਵੀ ਇਹ ਨਹੀਂ ਸਾਡੇ ਹੱਕ ਦੇ ਵਿੱਚ ਹੈਗੇ,
ਤੇ ਅਲਟੀਮੇਟਲੀ ਕੇਂਦਰ ਸਰਕਾਰ ਨੂੰ ਵਾਪਸ ਲੈਣੇ ਪਏ। ਤੇ ਜੇ ਅਸੀਂ ਘਰੇ ਬੈਠੇ ਸੋਚੀ ਜਾਂਦੇ ਵੀ ਇਹ ਵਾਪਸ ਲੈ ਲੈਣਗੇ, ਉਹ ਵਾਪਸ ਕਿੱਦਾਂ ਲੈ ਲੈਣਗੇ ਜਿਹੜੇ ਲੈ ਕੇ ਆਏ ਨੇ। ਸੋ ਇਹ ਤੇ ਆਪ ਹਾ ਦਾ ਨਾਰਾ ਕਿਸਾਨੀ ਲਈ ਤੇ ਭਾਈਚਾਰੇ ਨੂੰ ਆਪਸ 'ਚ ਰਲ ਮਿਲ ਕੇ ਮਾਰਨਾ ਪੈਣਾ। ਪੰਜਾਬ ਦੇ ਵਿੱਚ ਕਿਸਾਨੀ ਦੇ ਆਧਾਰਿਤ ਹੀ ਸਾਰਾ ਅਰਥਚਾਰਾ ਹੈ। ਜੇ ਇੰਡਸਟਰੀ ਵੀ ਚੱਲ ਰਹੀ ਹੈ ਤੇ ਉਹ ਸਾਰੇ ਤੋਂ ਜ਼ਿਆਦਾ ਪੰਜਾਬ 'ਚ ਖੇਤੀਬਾੜੀ ਦੇ ਇਰਦ ਗਿਰਦ ਚੱਲ ਰਹੀ ਹੈ। ਜੇ ਖੰਨੇ ਦੀ ਤੁਸੀਂ ਖਲ ਵਾਲੀ ਲੈ ਲਵੋ, ਜੇ ਅੱਗੇ ਲੁਧਿਆਣੇ ਐਗਰੀਕਲਚਰ ਇੰਪਲੀਮੈਂਟਸ ਦੀ ਲੈ ਲਵੋ, ਕਪਾਹ ਦੀਆਂ ਇੰਨੇ ਵੱਡੇ ਵੱਡੇ ਜਿਹੜੇ ਪਲਾਂਟ ਲੱਗੇ ਹੋਏ ਨੇ, ਕਾਟਨ ਫੈਕਟਰੀਆਂ ਲੱਗੀਆਂ ਹੋਈਆਂ ਨੇ। ਜਲੰਧਰ ਚਲੇ ਜਾਓ, ਅੰਮ੍ਰਿਤਸਰ ਚਲੇ ਜਾਓ, ਸਭ ਕੱਪੜੇ ਦੇ ਰੰਗਾਈ ਦੇ, ਜਲੰਧਰ ਦੇ ਸਭ ਖੇਤੀਬਾੜੀ ਦੇ ਆਲੇ ਦੁਆਲੇ ਆ। ਇਹ ਕੰਪੋਜ਼ਿਟ ਕਲਸਟਰ ਕਿੰਨੀ ਵੱਡੀ ਇੰਡਸਟਰੀ ਆ। ਹੁਣ ਹੈਰਾਨੀ ਦੀ ਗੱਲ ਇਹ ਆ ਕਿ ਜਿੰਨਾ ਸਾਡਾ ਫੂਡ ਪ੍ਰੋਡਿਊਸ ਹੁੰਦਾ, ਫਰੂਟ ਪ੍ਰੋਡਿਊਸ ਹੁੰਦਾ, 40% ਕੰਜ਼ਿਊਮ ਹੁੰਦਾ, ਬਾਕੀ ਸਾਰਾ ਵੇਸਟ ਹੋ ਜਾਂਦਾ। ਤੇ ਵੇਸਟੇਜ ਵੀ ਤੇ ਸਾਡੀ ਆਮਦਨੀ ਹੈ। ਉਹਦੇ ਲਈ ਸਰਕਾਰ ਆਪਣੇ ਆਪ ਆਪਣੇ ਲੈਵਲ ਤੇ ਕੰਮ ਸ਼ੁਰੂ ਕਰ ਲਵੇ। ਮੈਂ ਤੁਹਾਨੂੰ ਬੀਤੇ ਦਿਨਾਂ ਦੀ ਇੱਕ ਗੱਲ ਦੱਸਾਂਗਾ। ਅਸੀਂ ਆਪਣੀ ਰਿਪਰੈਜ਼ੈਂਟੇਸ਼ਨ ਐਜ਼ ਏ ਫਾਰਮਰ ਲੈਣ ਚਲੇ ਗਏ। ਮੈਂ ਉਦੋਂ ਗਵਰਨਿੰਗ ਬਾਡੀ ਤੇ ਸੀ, ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰਿਸਰਚ ਤੇ PAU ਦਾ ਬੋਰਡ ਮੈਂਬਰ ਵੀ ਸੀ। ਮੈਂ CACP ਦੇ ਚੇਅਰਮੈਨ ਨੂੰ ਮਿਲਣ ਗਿਆ। ਚੇਅਰਮੈਨ ਸਾਹਿਬ ਨੇ ਬੜੀ ਆਪ ਭਗਤ ਨਾਲ ਕਿਹਾ ਵੀ ਚਲੋ ਚੰਗੀ ਤੁਸੀਂ ਗੱਲ ਕਰਨ ਆਏ ਹੋ। ਮੈਨੂੰ ਕਹਿੰਦੇ ਕਿ ਤੁਸੀਂ ਇੱਕ ਗੱਲ ਦੱਸੋ ਚੀਮਾ ਸਾਹਿਬ, ਦੇਸ਼ ਦਾ ਸਭ ਤੋਂ ਵੱਧ ਕਣਕ ਤੁਸੀਂ ਪੈਦਾ ਕਰਦੇ ਹੋ। ਮੈਂ ਜੀ ਬਿਲਕੁਲ ਠੀਕ। ਕਹਿੰਦੇ ਸਭ ਤੋਂ ਜ਼ਿਆਦਾ ਦੁੱਧ ਤੁਸੀਂ ਪੈਦਾ ਕਰਦੇ ਹੋ, ਤੇ ਬਿਸਕੁਟ ਕਿੱਥੇ ਬਣਦੇ ਤੁਹਾਡੇ? ਬ੍ਰੈਡ ਦੀਆਂ ਕਿੰਨੀਆਂ ਫੈਕਟਰੀਆਂ ਨੇ ਤੁਹਾਡੇ ਕੋਲ? ਕਹਿੰਦੇ ਇੱਥੋਂ ਪਹਿਲਾਂ ਮਿਲਕ ਪਾਊਡਰ ਬਣ ਕੇ ਉਹ ਥੱਲੇ ਦੱਖਣ 'ਚ ਜਾਂਦਾ। ਵੱਡੇ ਬ੍ਰਾਂਡ ਨੇ, ਉਹ ਲਿਆ ਕੇ ਮੁੜ ਕੇ ਤੁਹਾਨੂੰ ਤੁਹਾਡੇ ਕੋਲੋਂ ਕੁਇੰਟਲਾਂ 'ਚ ਲੈ ਕੇ ਮੁੜ ਕੇ ਤੁਹਾਨੂੰ ਗ੍ਰਾਮਾਂ 'ਚ ਚੀਜ਼ ਦਿੰਦੇ ਨੇ, ਚਿਪਸ ਬਣਦੇ ਨੇ। ਉਸ ਤੋਂ ਬਾਅਦ ਇੱਕ ਹੁਲਾਰਾ ਵੱਜਿਆ, ਕੋਈ ਸਾਡੀਆਂ ਬਣਨੀਆਂ ਸ਼ੁਰੂ ਹੋਈਆਂ, ਸਰਕਾਰ 'ਚ ਦਖਲ ਦਿੱਤਾ, PAU 'ਚ ਦਖਲ ਦਿੱਤਾ ਕਿ ਇਹ ਕੰਮ ਪੰਜਾਬ ਐਗਰੋ ਇੰਡਸਟਰੀ 'ਚ ਸ਼ੁਰੂ ਕੀਤਾ। ਕੁਝ ਬ੍ਰੈਡ ਫੈਕਟਰੀਆਂ ਲੱਗੀਆਂ, ਕੁਝ ਬਿਸਕਟ ਫੈਕਟਰੀਆਂ ਲੱਗੀਆਂ। ਪ੍ਰਾਇਮਰੀ ਪ੍ਰੋਸੈਸਿੰਗ ਤੇ ਅਸੀਂ ਕਰਦੇ ਹੀ ਨਹੀਂ। ਜਿੱਦਾਂ ਜਾਪਾਨ ਵਾਲੇ ਮਸ਼ਹੂਰ ਹੈ ਵੀ ਟਨਾਂ 'ਚ ਲੋਹਾ ਲੈਂਦੇ ਨੇ, ਮੁੜ ਕੇ ਗ੍ਰਾਮਾਂ 'ਚ ਵੇਚਦੇ ਨੇ ਤੁਹਾਨੂੰ। ਉਹ ਹਾਲ ਸਾਡਾ ਹੈ ਇਸ ਇੰਡਸਟਰੀ ਵਾਲੇ। ਇਸ ਲਈ ਮੈਂ ਅੱਜ ਦੀ ਨਹੀਂ ਗੱਲ, ਮੈਂ ਪੁਰਾਣੇ ਸਮੇਂ ਤੋਂ ਕਹਾਂਗਾ, ਜਦੋਂ ਬਾਦਲ ਸਾਹਿਬ ਨੂੰ ਮੌਕਾ ਮਿਲਿਆ ਕੇਂਦਰ ਦੇ ਵਿੱਚ ਐਗਰੀਕਲਚਰ ਮਿਨਿਸਟਰ ਬਣਨ ਦਾ, ਇਹਨਾਂ ਨੂੰ ਉੱਥੇ ਟਿਕ ਕੇ ਪੰਜਾਬ ਬਾਰੇ ਬਹੁਤ ਵੱਡੀ ਪਲੈਨਿੰਗ ਕਰਨੀ ਚਾਹੀਦੀ ਸੀ। ਉਦੋਂ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਵੱਲ ਗੱਲ ਕਰਨੀ ਚਾਹੀਦੀ ਸੀਗੀ ਕਿ ਸਾਡਾ ਇਕੱਲਾ ਕਣਕ ਝੋਨਾ ਹੀ ਨਹੀਂ ਹੈਗਾ, ਇਹਦੀ ਪ੍ਰੋਸੈਸਿੰਗ ਦੀ ਵੀ ਜ਼ਰੂਰਤ ਆ। ਉਹਦੇ ਵੱਲ ਧਿਆਨ ਦੇਣਾ ਚਾਹੀਦਾ ਸੀ। ਉਸ ਤੋਂ ਬਾਅਦ ਹਰਿਆਣੇ ਦੇ ਆਏ, ਬਾਅਦ ਜੋ ਮੁੱਖ ਮੰਤਰੀ ਬਣ ਗਏ, ਖੇਤੀਬਾੜੀ ਮੰਤਰੀ ਬਣ ਗਏ, ਉਹਨਾਂ ਇੰਨੇ ਵੱਡੇ ਇੰਸਟੀਚਿਊਸ਼ਨ ਲਿਆ ਕੇ ਕਰਨਾਲ, ਜਦੋਂ ਵੀ ਆਪਾਂ ਦਿੱਲੀ ਨੂੰ ਜਾਂਦੇ ਹਾਂ, ਖੱਬੇ ਸੱਜੇ ਦੋਨੋਂ ਪਾਸੇ ਐਗਰੀਕਲਚਰ ਦੇ ਨਾਲ ਰਿਲੇਟਡ ਏਡੇ ਏਡੇ ਵੱਡੇ ਇੰਸਟੀਚਿਊਟ ਖੜੇ ਕੀਤੇ। ਭਾਵੇਂ ਡੇਅਰੀ ਰਿਸਰਚ ਦਾ ਸੀ, ਵੀਟ ਰਿਸਰਚ ਦਾ ਸੀਗਾ, ਸ਼ੂਗਰ ਕੇਨ ਰਿਸਰਚ ਦਾ ਹੈਗਾ ਹੈ। ਸਾਨੂੰ ਪੰਜਾਬ 'ਚ ਕਿਉਂ ਨਹੀਂ ਹੈ? ਸਾਡੇ ਕੋਲ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ। ਉਹਦੇ ਵੀ ਇੰਨੇ ਸਿਆਣੇ ਬਿਆਣੇ ਸਾਇੰਟਿਸਟ ਜਿਨ੍ਹਾਂ ਦਾ ਲੈਬ ਤੋਂ ਬਾਹਰ ਕੰਮ ਨਹੀਂ ਹੋਣਾ ਚਾਹੀਦਾ, ਉਹ ਆਪਣੀਆਂ ਤਨਖਾਹਾਂ ਲਈ, ਆਪਣੇ ਪੇ ਸਕੇਲਾਂ ਲਈ ਧਰਨੇ ਲਾ ਕੇ ਬੈਠੇ ਹੋਣਗੇ। ਤੇ ਉਹਦੇ ਬਾਰੇ ਆਪਾਂ ਕੀ ਵਿਚਾਰ ਕਰ ਰਹੇ ਹਾਂ? ਅੱਜ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪੜ੍ਹੇ ਹੋਏ ਦਾ ਬਹੁਤ ਮੁੱਲ ਆ ਕੇਂਦਰ ਦੇ ਵਿੱਚ, ਕਿਉਂਕਿ ਜੋ ਟੌਪ ਮੋਸਟ ਪੋਜੀਸ਼ਨਾਂ ਨੇ, ਭਾਵੇਂ ਨੀਤੀ ਆਯੋਗ ਹੈ, ਭਾਵੇਂ ICAR ਹੈ, ਭਾਵੇਂ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਹੈ, ਉਹਨਾਂ ਦੇ ਜਿਹੜੇ ਇਸ ਵੇਲੇ ਟੌਪ 'ਤੇ ਲੀਡਰ ਬੈਠੇ ਨੇ, ਜਿਹੜੇ ਡਾਇਰੈਕਟਰ ਨੇ ਉਹਨਾਂ ਦੇ, ਉਹ ਸਾਰੇ ਇਸ ਯੂਨੀਵਰਸਿਟੀ ਨਾਲ ਸੰਬੰਧ ਰੱਖਦੇ ਨੇ। ਇਹ ਵੀ ਹੁਣ ਵੀ ਸਮਾਂ ਹੈਗਾ ਕਿ ਫੂਡ ਪ੍ਰੋਸੈਸਿੰਗ ਨੂੰ ਅੱਗੇ ਵਧਾਇਆ ਜਾਵੇ। ਲੇਕਿਨ ਜੇ ਖੇਤੀ ਨੀਤੀ ਆ ਰਹੀ ਹੈ, ਉਹਦੇ ਵਿੱਚ ਇਹਨੂੰ ਕਮਰਸ਼ੀਅਲਾਈਜ਼ ਕਰਨ ਦੀ ਜ਼ਰੂਰਤ ਹੈ, ਜਿਹੜਾ ਸਾਡਾ ਖੇਤੀ ਪ੍ਰਧਾਨ ਸੂਬਾ ਹੈਗਾ ਹੈ ਜੀ। 35 ਲੱਖ ਹੈਕਟੇਅਰ ਦੇ ਕੋਲ ਸਾਡੀ ਖੇਤੀਬਾੜੀ ਹੁੰਦੀ ਹੈ। ਝੋਨਾ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ ਹੈ, ਕਣਕ ਆ, ਲੇਕਿਨ 180-85% ਤੱਕ ਅਸੀਂ ਜਾ ਕੇ 2 ਫਸਲਾਂ ਲੈਂਦੇ ਹਾਂ। ਤੇ ਫਿਰ ਉਹਦਾ ਐਂਡ ਰਿਜ਼ਲਟ ਕੀ ਹੈ? ਅਸੀਂ ਸਿਰਫ ਇੱਕ ਗ੍ਰੇਨ ਫੈਕਟਰੀ ਬਣ ਗਏ। ਸਭ ਤੋਂ ਜ਼ਿਆਦਾ ਕਣਕ ਤੇ ਝੋਨਾ ਪੈਦਾ ਕਰ ਲਿਆ, ਬਸ ਇੰਨੇ 'ਚ ਹੀ ਅਸੀਂ ਫੁੱਲੇ ਨਹੀਂ ਸਮਾਏ ਬੈਠੇ। ਉਹਦਾ ਐਂਡ ਰਿਜ਼ਲਟ ਕੀ? ਅਸੀਂ ਆਪਣਾ ਸਵੀਟ ਵਾਟਰ ਖਤਮ ਕਰ ਦਿੱਤਾ, ਜ਼ਮੀਨਾਂ 'ਚੋਂ ਕੱਢ ਕੇ ਆਪਣੀ ਹੋਸ਼ 'ਚ ਅਸੀਂ ਮੋਟਰਾਂ ਪਲਿੰਥ ਲੈਵਲ ਤੇ ਲੱਗੀਆਂ ਦੇਖੀਆਂ, 40 ਫੁੱਟ ਤੇ ਪਾਣੀ ਆਉਂਦਾ ਹੁੰਦਾ ਸੀ। ਉਹ ਮੈਨੂੰ ਗੱਲ ਯਾਦ ਆਉਂਦੀ ਉਹ ਗੀਤ ਦੀ, ਉਹ ਕਹਿੰਦੇ ਆਪੇ ਰੋਗ ਲਾਉਣੇ, ਆਪੇ ਦੇਣੀਆਂ ਦਵਾਵਾਂ। ਹੁਣ ਆਪੇ ਸੀ ਰੋਗ ਸਹੇੜ ਲਏ, ਬਿਮਾਰੀਆਂ ਸਹੇੜ ਲੀਆਂ, ਪਰ ਗੱਲ ਇਹ ਹੈ ਕਿ ਉਹਦੇ ਵਿੱਚ ਮਤਲਬ ਉਹ ਵੀਟ ਪ੍ਰੋਡਿਊਸ ਕਰਨ ਦੇ ਲਈ, ਉਹ ਕ੍ਰੌਪ ਪ੍ਰੋਡਿਊਸ ਦੇ ਲਈ ਅਸੀਂ ਜਿੱਥੇ ਆਪਣੀ ਧਰਤੀ ਦਿੱਤੀ, ਆਪਣਾ ਪਾਣੀ ਦਿੱਤਾ, ਪਰ ਬਦਲੇ ਦੇ ਵਿੱਚ ਲੋਕਾਂ ਦੀ ਸਿਕਿਉਰਿਟੀ ਵਾਸਤੇ, ਸੇਫਟੀ ਵਾਸਤੇ ਹਾਲੇ ਵੀ ਉਹੋ ਜਿਹਾ ਕਦਮ ਸਰਕਾਰਾਂ ਨਹੀਂ ਚੁੱਕ ਰਹੀਆਂ ਜਿਹੋ ਜਿਹਾ ਉਹਨਾਂ ਨੂੰ ਚੁੱਕਣਾ ਚਾਹੀਦਾ। ਅਸੀਂ ਇਹਨੂੰ ਜਾਰੀ ਰੱਖਾਂਗੇ, ਇਹਦੀ ਇੱਕ ਹੋਰ ਕਿਸ਼ਤ ਕਰਾਂਗੇ। ਬਹਰਹਾਲ ਹੁਣ ਦਰਸ਼ਕਾਂ ਤੋਂ ਇਜਾਜ਼ਤ ਲੈਂਦੇ ਹਾਂ। ਤੁਸੀਂ ਸਮਾਂ ਕੱਢਿਆ, ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਉਮੀਦ ਕਰਦੇ ਹਾਂ ਕਿ ਬਹੁਤ ਸਾਰੀਆਂ ਗੱਲਾਂ
ਜਿਹੜੀਆਂ ਇਹ ਅੱਜ ਹੋਈਆਂ ਇਸ ਮੰਚ ਤੇ, ਤੁਸੀਂ ਯਕੀਨਨ ਇਸ ਦੇ ਉੱਤੇ ਗੌਰ ਕਰੋਗੇ। ਤੁਸੀਂ ਤੋਂ ਭਾਵ ਸੁਣਨ ਵਾਲੇ ਜਿੰਨੇ ਵੀ, ਚਾਹੇ ਉਹ ਸਰਕਾਰੀ ਦਰਬਾਰੇ ਕੰਮ ਕਰਦੇ ਹੋਣ, ਸਰਕਾਰੀ ਅਫਸਰਸ਼ਾਹੀ ਹੋਵੇ ਜਾਂ ਫਿਰ ਸਿਆਸਤਦਾਨ ਹੋਣ, ਜੇਕਰ ਖੇਤੀ ਨੀਤੀ ਦੇ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇਗਾ ਤੇ ਸ਼ਾਇਦ ਹੋ ਸਕਦਾ ਹੈ ਕਿ ਖੇਤੀ ਕਰਦੇ ਕਿਰਤੀਆਂ, ਕਾਮਿਆਂ, ਮਜ਼ਦੂਰਾਂ, ਮਿਹਨਤਕਸ਼ ਲੋਕਾਂ ਦਾ ਕੁਝ ਭਲਾ ਹੋ ਸਕੇ। ਸਤਿ ਸ਼੍ਰੀ ਅਕਾਲ।